ਚਲੋ ਜੀ, ਹਾਰਦਿਕ ਨਿੱਘਾ ਸਵਾਗਤ ਹੈ ਇੱਕ ਵਾਰ ਫਿਰ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ। ਅੱਜ ਦੇ ਪੱਖ ਦੇ ਮਸਲੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਹਫਤਾਵਾਰੀ ਇਹ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਹੁਣ ਅਸੀਂ ਚੱਲਦੇ ਹਾਂ ਪੰਜਾਬ ਤੇ ਪੱਟੀ ਹਲਕੇ ਤੋਂ। ਹਾਂਜੀ, ਅੱਜ ਕੱਲ੍ਹ ਅਸੀਂ ਇਹਨਾਂ ਦੀ ਰਾਜਨੀਤਿਕ ਗਤੀਵਿਧੀ ਬਾਰੇ ਵੈਸੇ ਗੱਲ ਨਹੀਂ ਕਰਾਂਗੇ, ਪਰ ਲੇਕਿਨ ਕਿ ਹਰਮਿੰਦਰ ਸਿੰਘ ਗਿੱਲ ਇਹ ਸਿੱਖ ਸੰਘਰਸ਼ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਰਹੇ ਹਨ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਹੋਣਾ ਦੇ ਇਸ ਸੰਘਰਸ਼ ਦੇ ਵਿੱਚ ਇਹ ਉਹਨਾਂ ਨੂੰ ਉੱਥੇ ਬਕਾਇਦਾ ਤੌਰ ਤੇ ਮਿਲਣ ਵੀ ਗਏ ਸਨ ਹਰਿਆਣਾ ਦੇ ਵਿੱਚ। ਸਾਡੇ ਨਾਲ ਇਸ ਵੇਲੇ ਲਾਈਨ ਤੇ ਹਨ ਹਰਮਿੰਦਰ ਸਿੰਘ ਜੀ ਗਿੱਲ। ਨਿੱਘਾ ਸਵਾਗਤ ਹੈ ਜੀ ਭਾਈ ਸਾਹਿਬ। ਮਿਹਰਬਾਨੀ ਜਲ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ ਜੀ। ਧੰਨਵਾਦ, ਤੁਸੀਂ ਯਾਦ ਕੀਤਾ। ਸ਼ੁਕਰੀਆ ਜੀ। ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਸਮਾਂ ਕੱਢਿਆ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਲਈ। ਦੱਸੋ ਥੋੜਾ ਜਿਹਾ ਵੀ ਇਹ ਭੁੱਖ ਹੜਤਾਲ ਜਿਹੜੀ 2 ਮਹੀਨਿਆਂ ਤੋਂ ਬਾਅਦ ਸਮਾਪਤ ਹੋਈ ਹੈ, ਅਚਾਨਕ ਬਹੁਤ ਸਾਰੇ ਲੋਕਾਂ ਨੂੰ ਤੇ ਸ਼ੌਕ ਹੀ ਲੱਗਾ ਵੀ ਇਹ ਕਿਸ ਤਰ੍ਹਾਂ ਹੋ ਗਿਆ। ਤੁਸੀਂ ਥੋੜਾ ਜਿਹਾ ਦੱਸੋ ਆਪਣਾ ਪ੍ਰਤੀਕਰਮ, ਕਿਉਂਕਿ ਤੁਸੀਂ ਮਿਲ ਕੇ ਵੀ ਆਏ ਸੀ ਉੱਥੇ ਭਾਈ ਗੁਰਬਖਸ਼ ਸਿੰਘ ਹੋਣਾ ਨੂੰ। ਗੱਲ ਅਸਲ ਇਸ ਤਰ੍ਹਾਂ ਜੀ ਕਿ ਜਦੋਂ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ, ਉਹਨਾਂ ਦਾ ਕਾਜ਼ ਠੀਕ ਸੀ। ਲੋਕਾਂ ਨੇ ਵਰਲਡ ਵਾਈਡ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਹਮਾਇਤ ਕੀਤੀ ਹੈ। ਲੋਕ ਆਪਣੇ ਆਪ ਘਰਾਂ ਚੋਂ ਨਿਕਲੇ, ਉਹਨਾਂ ਦੀ ਹਮਾਇਤ ਵਾਸਤੇ ਗੱਡੀਆਂ ਮੋਟਰਾਂ ਲੈ ਕੇ ਗਏ। ਬਾਹਰਲੀਆਂ ਅੰਬੈਸੀਆਂ ਦੇ ਸਾਹਮਣੇ ਲੋਕਾਂ ਨੇ ਪ੍ਰਦਰਸ਼ਨ ਬਹੁਤ ਵੱਡੇ ਵੱਡੇ ਕੀਤੇ। ਔਰ ਅਸੀਂ ਵੀ, ਔਰ ਮੈਂ ਔਰ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜੇ ਸਾਡੇ ਸਪੋਕਸਪਰਸਨ ਨੇ ਕਾਂਗਰਸ ਪਾਰਟੀ ਦੇ, ਅਸੀਂ ਵੀ ਉਹਨਾਂ ਨੂੰ ਜਾਤੀ ਤੌਰ ਤੇ ਮਿਲਣ ਵਾਸਤੇ ਗਏ ਔਰ ਉਹਨਾਂ ਦੀ ਮਜ਼ਾਕ ਪੁੱਛੀ ਵਾਸਤੇ, ਉਹਨਾਂ ਦੀ ਹਾਲ ਚਾਲ ਪੁੱਛਣ ਵਾਸਤੇ ਗਏ ਔਰ ਉਹਨਾਂ ਨੂੰ ਕਹਿ ਕੇ ਆਏ ਸੀ ਕਿ ਤੁਹਾਡਾ ਇਰਾਦਾ ਬੜਾ ਨੇਕ ਹੈ ਔਰ ਤੁਹਾਡੀ ਦ੍ਰਿੜਤਾ ਬੜੀ ਵਧੀਆ। ਔਰ ਇਸ ਨੂੰ ਧਿਆਨ 'ਚ ਰੱਖ ਕੇ ਅਸੀਂ ਸ਼ਾਇਦ ਉਦੋਂ 55 ਦਿਨ ਹੋਏ ਸੀ ਅਸੀਂ ਪਹੁੰਚੇ ਸੀ ਉਦੋਂ। ਪਰ ਕਿੰਨਾ ਹਾਲਾਤਾਂ ਵਿੱਚ ਉਹਨਾਂ ਨੇ ਹੜਤਾਲ ਕਾਲ ਆਫ ਕੀਤੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ। ਇਹ ਤਾਂ ਖੈਰ ਉਹੀ ਬੈਟਰ ਦੱਸ ਸਕਦੇ ਨੇ। ਪਰ ਆਮ ਲੋਕਾਂ ਨੂੰ ਇਸ ਗੱਲ ਦਾ ਸ਼ੌਕ ਲੱਗਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੇ ਦਿਨ ਹੜਤਾਲ ਰੱਖਣ ਤੋਂ ਬਾਅਦ ਖਤਮ ਕਰ ਦਿੱਤੀ ਹੈ, ਕੀ ਹਾਲਾਤ ਬਣੇ ਹੋਣਗੇ ਜਾਂ ਕੀ ਉਹਨਾਂ ਦੀ ਮਜਬੂਰੀ ਹੋਈ ਹੋਏਗੀ ਜਾਂ ਕਿਹੋ ਜਿਹੀ ਗੱਲ। ਚਲੋ ਜੀ, ਹਾਰਦਿਕ ਨਿੱਘਾ ਸਵਾਗਤ ਹੈ ਇੱਕ ਵਾਰ ਫਿਰ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ। ਅੱਜ ਦੇ ਪੱਖ ਦੇ ਮਸਲੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਹਫਤਾਵਾਰੀ ਇਹ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਹੁਣ ਅਸੀਂ ਚੱਲਦੇ ਹਾਂ ਪੰਜਾਬ ਤੇ ਪੱਟੀ ਹਲਕੇ ਤੋਂ। ਹਾਂਜੀ, ਅੱਜ ਕੱਲ੍ਹ ਅਸੀਂ ਇਹਨਾਂ ਦੀ ਰਾਜਨੀਤਿਕ ਗਤੀਵਿਧੀ ਬਾਰੇ ਵੈਸੇ ਗੱਲ ਨਹੀਂ ਕਰਾਂਗੇ, ਪਰ ਲੇਕਿਨ ਕਿ ਹਰਮਿੰਦਰ ਸਿੰਘ ਗਿੱਲ ਇਹ ਸਿੱਖ ਸੰਘਰਸ਼ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਰਹੇ ਹਨ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਹੋਣਾ ਦੇ ਇਸ ਸੰਘਰਸ਼ ਦੇ ਵਿੱਚ ਇਹ ਉਹਨਾਂ ਨੂੰ ਉੱਥੇ ਬਕਾਇਦਾ ਤੌਰ ਤੇ ਮਿਲਣ ਵੀ ਗਏ ਸਨ ਹਰਿਆਣਾ ਦੇ ਵਿੱਚ। ਸਾਡੇ ਨਾਲ ਇਸ ਵੇਲੇ ਲਾਈਨ ਤੇ ਹਨ ਹਰਮਿੰਦਰ ਸਿੰਘ ਜੀ ਗਿੱਲ। ਨਿੱਘਾ ਸਵਾਗਤ ਹੈ ਜੀ ਭਾਈ ਸਾਹਿਬ। ਮਿਹਰਬਾਨੀ ਜਲ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ ਜੀ। ਧੰਨਵਾਦ, ਤੁਸੀਂ ਯਾਦ ਕੀਤਾ। ਸ਼ੁਕਰੀਆ ਜੀ। ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਸਮਾਂ ਕੱਢਿਆ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਲਈ। ਦੱਸੋ ਥੋੜਾ ਜਿਹਾ ਵੀ ਇਹ ਭੁੱਖ ਹੜਤਾਲ ਜਿਹੜੀ 2 ਮਹੀਨਿਆਂ ਤੋਂ ਬਾਅਦ ਸਮਾਪਤ ਹੋਈ ਹੈ, ਅਚਾਨਕ ਬਹੁਤ ਸਾਰੇ ਲੋਕਾਂ ਨੂੰ ਤੇ ਸ਼ੌਕ ਹੀ ਲੱਗਾ ਵੀ ਇਹ ਕਿਸ ਤਰ੍ਹਾਂ ਹੋ ਗਿਆ। ਤੁਸੀਂ ਥੋੜਾ ਜਿਹਾ ਦੱਸੋ ਆਪਣਾ ਪ੍ਰਤੀਕਰਮ, ਕਿਉਂਕਿ ਤੁਸੀਂ ਮਿਲ ਕੇ ਵੀ ਆਏ ਸੀ ਉੱਥੇ ਭਾਈ ਗੁਰਬਖਸ਼ ਸਿੰਘ ਹੋਣਾ ਨੂੰ। ਗੱਲ ਅਸਲ ਇਸ ਤਰ੍ਹਾਂ ਜੀ ਕਿ ਜਦੋਂ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ, ਉਹਨਾਂ ਦਾ ਕਾਜ਼ ਠੀਕ ਸੀ। ਲੋਕਾਂ ਨੇ ਵਰਲਡ ਵਾਈਡ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਹਮਾਇਤ ਕੀਤੀ ਹੈ। ਲੋਕ ਆਪਣੇ ਆਪ ਘਰਾਂ ਚੋਂ ਨਿਕਲੇ, ਉਹਨਾਂ ਦੀ ਹਮਾਇਤ ਵਾਸਤੇ ਗੱਡੀਆਂ ਮੋਟਰਾਂ ਲੈ ਕੇ ਗਏ। ਬਾਹਰਲੀਆਂ ਅੰਬੈਸੀਆਂ ਦੇ ਸਾਹਮਣੇ ਲੋਕਾਂ ਨੇ ਪ੍ਰਦਰਸ਼ਨ ਬਹੁਤ ਵੱਡੇ ਵੱਡੇ ਕੀਤੇ। ਔਰ ਅਸੀਂ ਵੀ, ਔਰ ਮੈਂ ਔਰ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜੇ ਸਾਡੇ ਸਪੋਕਸਪਰਸਨ ਨੇ ਕਾਂਗਰਸ ਪਾਰਟੀ ਦੇ, ਅਸੀਂ ਵੀ ਉਹਨਾਂ ਨੂੰ ਜਾਤੀ ਤੌਰ ਤੇ ਮਿਲਣ ਵਾਸਤੇ ਗਏ ਔਰ ਉਹਨਾਂ ਦੀ ਮਜ਼ਾਕ ਪੁੱਛੀ ਵਾਸਤੇ, ਉਹਨਾਂ ਦੀ ਹਾਲ ਚਾਲ ਪੁੱਛਣ ਵਾਸਤੇ ਗਏ ਔਰ ਉਹਨਾਂ ਨੂੰ ਕਹਿ ਕੇ ਆਏ ਸੀ ਕਿ ਤੁਹਾਡਾ ਇਰਾਦਾ ਬੜਾ ਨੇਕ ਹੈ ਔਰ ਤੁਹਾਡੀ ਦ੍ਰਿੜਤਾ ਬੜੀ ਵਧੀਆ। ਔਰ ਇਸ ਨੂੰ ਧਿਆਨ 'ਚ ਰੱਖ ਕੇ ਅਸੀਂ ਸ਼ਾਇਦ ਉਦੋਂ 55 ਦਿਨ ਹੋਏ ਸੀ ਅਸੀਂ ਪਹੁੰਚੇ ਸੀ ਉਦੋਂ। ਪਰ ਕਿੰਨਾ ਹਾਲਾਤਾਂ ਵਿੱਚ ਉਹਨਾਂ ਨੇ ਹੜਤਾਲ ਕਾਲ ਆਫ ਕੀਤੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ। ਇਹ ਤਾਂ ਖੈਰ ਉਹੀ ਬੈਟਰ ਦੱਸ ਸਕਦੇ ਨੇ। ਪਰ ਆਮ ਲੋਕਾਂ ਨੂੰ ਇਸ ਗੱਲ ਦਾ ਸ਼ੌਕ ਲੱਗਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੇ ਦਿਨ ਹੜਤਾਲ ਰੱਖਣ ਤੋਂ ਬਾਅਦ ਖਤਮ ਕਰ ਦਿੱਤੀ ਹੈ, ਕੀ ਹਾਲਾਤ ਬਣੇ ਹੋਣਗੇ ਜਾਂ ਕੀ ਉਹਨਾਂ ਦੀ ਮਜਬੂਰੀ ਹੋਈ ਹੋਏਗੀ ਜਾਂ ਕਿਹੋ ਜਿਹੀ ਗੱਲ ਹੋਈ, ਕਿਹੋ ਜਿਹਾ ਪ੍ਰੈਸ਼ਰ ਹੋਏਗਾ। ਬਟ ਐਕਚੁਅਲ ਜਿਹੜਾ ਸੀ ਕਿ ਇਹਦਾ ਤਰੀਕਾ ਜਿਹੜਾ ਸੀ ਕਾਲ ਆਫ ਕਰਨ ਦਾ, ਇਹ ਲੋਕਾਂ ਨੇ ਆਮ ਤੌਰ ਤੇ ਪਸੰਦ ਨਹੀਂ ਕੀਤਾ। ਖੈਰ ਬੈਟਰ ਤਾਂ ਉਹ ਵੀ ਦੱਸ ਸਕਦੇ ਨੇ ਹਾਲਾਤ ਕੀ ਹੋਏ ਨੇ, ਪਰ ਆਮ ਤੌਰ ਤੇ ਲੋਕਾਂ ਨੂੰ ਇਹ ਥੋੜਾ ਜਿਹਾ ਚੰਗਾ ਨਹੀਂ ਲੱਗਿਆ। ਗਿੱਲ ਸਾਹਿਬ, ਥੋੜਾ ਜਿਹਾ ਇੱਥੇ ਸਾਡੇ ਕੁਝ ਸਿੱਖ ਆਗੂ ਮਹਿਸੂਸ ਕਰਦੇ ਆ ਵੀ ਜੇ 5-7-10 ਦਿਨ ਹੋਰ ਇਸੇ ਤਰ੍ਹਾਂ ਹੜਤਾਲ ਚੱਲਦੀ ਰਹਿੰਦੀ ਤਾਂ ਸ਼ਾਇਦ ਸਰਕਾਰ ਨੂੰ ਗੋਡੇ ਟੇਕਣੇ ਪੈ ਜਾਂਦੇ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਸਰਕਾਰ ਤਾਂ ਬੜੇ ਚਿੰਤਤ ਸੀ ਔਰ ਉਹਨਾਂ ਦੇ ਇਸ਼ੂ ਸੀ, ਪਰ ਪਤਾ ਨਹੀਂ ਇੰਨੇ ਦ੍ਰਿੜ ਇਰਾਦੇ ਵਾਲੇ ਸਾਹਿਬ ਭਾਈ ਗੁਰਬਖਸ਼ ਸਿੰਘ ਕੋਈ ਨਾ ਕੋਈ ਜ਼ਰੂਰ ਕਿਸੇ ਨਾ ਕਿਸੇ ਸਾਜ਼ਿਸ਼ ਦੇ ਸ਼ਿਕਾਰ ਹੋਏ ਹੋਣਗੇ। ਬਟ ਉਹ ਤਾਂ ਬੜੇ ਅੱਛੇ ਇਨਸਾਨ ਸੀ ਔਰ ਅੱਛਾ ਅਕੀਦਾ ਲੈ ਕੇ ਪਹਿਲੀ ਵਾਰੀ ਜਦੋਂ ਉਹਨੇ ਭੁੱਖ ਹੜਤਾਲ ਰੱਖੀ ਤੇ ਲੋਕਾਂ ਨੇ ਭਾਰੀ ਸਮਰਥਨ ਕੀਤਾ ਸੀ ਔਰ
ਸਰਕਾਰ ਸੋਚ ਰਹੀ ਸੀ, ਬਟ ਇੱਕ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜੀ। ਜਦੋਂ ਪੰਜਾਬ ਆਉਣਾ ਚਾਹੁੰਦੇ ਸੀਗੇ, ਇੱਥੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ। ਇੱਕ ਪਾਸੇ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਵਾਸਤੇ ਅਖੰਡ ਪਾਠ ਰੱਖ ਦਿੱਤਾ, ਦੂਜੇ ਪਾਸੇ ਉਹਨਾਂ ਨੂੰ ਪੰਜਾਬ ਦੀ ਐਂਟਰੀ ਬੈਨ ਕਰ ਦਿੱਤੀ। ਇਹਨਾਂ ਦਾ ਆਪਣਾ ਨਜ਼ਰੀਆ ਸੀਗਾ ਪੰਜਾਬ ਸਰਕਾਰ ਦਾ ਸੋਚਣ ਦਾ, ਬਟ ਪਤਾ ਨਹੀਂ ਕੀ ਪ੍ਰੈਸ਼ਰ ਜਾਂ ਉਹਨਾਂ ਨੂੰ ਕਿਵੇਂ ਹਸਪਤਾਲ 'ਚ ਲੈ ਗਏ ਜਾਂ ਕੀ ਗੱਲ ਹੋ ਗਈ, ਇਹ ਤਾਂ ਉਹੀ ਦੱਸ ਸਕਦੇ ਨੇ। ਬਟ ਇਹ ਗੱਲ ਠੀਕ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਬੜਾ ਵੱਡਾ ਸ਼ੌਕ ਲੱਗਾ, ਚੰਗਾ ਨਹੀਂ ਲੱਗਿਆ ਜਿਹੜਾ ਤਰੀਕਾ ਸੀ ਉਹਨਾਂ ਨੂੰ ਬੰਦ ਕਰਨ ਦਾ। ਇਹ ਜਿਸ ਵੇਲੇ ਥੋੜ੍ਹਾ ਜਿਹਾ ਆਪਾਂ 1984 80ਵੀਆਂ ਦੀ ਗੱਲ ਕਰੀਏ, ਜਦੋਂ ਇੰਦਰਜੀਤ ਸਿੰਘ ਜਗਰਾਉਂ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਹਨ, ਇਹ ਵੀ ਜੇਲ੍ਹ ਦੇ ਵਿੱਚ ਰਹੇ ਹਨ, ਤੁਸੀਂ ਸੰਘਰਸ਼ ਦੇ ਵਿੱਚ ਸਾਥੀ ਸੀਗੇ। ਹਰਮਿੰਦਰ ਸਿੰਘ ਸੰਧੂ ਹੋਣਾ ਨੇ ਇਹਨਾਂ ਨੇ ਦੱਸਿਆ ਹੁਣੇ ਵੀ ਉੱਥੇ ਉਸ ਵੇਲੇ ਲੰਬੇ ਸਮੇਂ ਤੋਂ ਕੈਦ ਜੋਧਪੁਰ ਦੀ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਰਿਹਾ ਕਰਾਉਣ 'ਚ ਸਫਲਤਾ ਪ੍ਰਾਪਤ ਕੀਤੀ ਸੀ ਸੁਪਰੀਮ ਕੋਰਟ ਦੀ ਮਦਦ ਦੇ ਨਾਲ, ਹੈ ਜੀ। ਸੋ ਤੁਹਾਨੂੰ ਕੀ ਲੱਗਦਾ ਵੀ ਉਹੀ ਕਾਨੂੰਨੀ ਚੈਨਲ ਅੱਜ ਵੀ ਚਰਚਿਤ ਹੋਇਆ ਸੀਗਾ ਥੋੜ੍ਹੇ ਦਿਨ ਪਹਿਲਾਂ, ਵੀ ਇਹ ਸੁਪਰੀਮ ਕੋਰਟ ਵਾਲਾ ਰਸਤਾ ਠੀਕ ਸੀ ਕਿ ਜਾਂ ਇਹ ਭੁੱਖ ਹੜਤਾਲ ਵਾਲਾ ਰਸਤਾ ਠੀਕ ਹੈ ਜੀ? ਖੈਰ, ਜਿਹੜੀ ਖਾਲਸਾ ਜੀ ਨੇ ਭੁੱਖ ਹੜਤਾਲ ਰੱਖੀ ਸੀ, ਔਰ ਉਹਨਾਂ ਨੇ ਪਹਿਲਾਂ ਵੀ ਜਦੋਂ ਰੱਖ ਕੇ ਛੱਡੀ ਸੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਉਹਨਾਂ ਨੇ ਮੈਨੂੰ ਵਾਅਦਾ ਕਰਕੇ ਛਡਾਇਆ ਸੀ ਕਿ ਮੈਂ ਮੀਡੀਏਟ ਕਰਾਂਗਾ, ਸਰਕਾਰ ਤੇ ਪ੍ਰੈਸ਼ਰ ਪਾ ਕੇ ਬੰਦੇ ਛਡਾਵਾਂਗਾ। ਦੇਖੋ, ਉਹਨਾਂ ਦੀ ਮੰਗ ਬੜੀ ਜਾਇਜ਼ ਸੀ ਕਿ ਜਿਨ੍ਹਾਂ ਨੇ ਆਪਣੀ ਜੇਲ੍ਹ ਪੂਰੀ ਕਰ ਲਈ ਆ, ਸੈਂਟੈਂਸ ਜਿਹੜੀ ਕੋਰਟ ਨੇ ਉਹਨਾਂ ਨੂੰ ਦਿੱਤੀ ਹੈ ਸਜ਼ਾ, ਉਹ ਪੂਰੀ ਕਰ ਲਈ ਹੈ, ਤੇ ਸਰਕਾਰ ਨੂੰ ਉਹਨਾਂ ਲੋਕਾਂ ਨੂੰ ਛੱਡਣਾ ਚਾਹੀਦਾ ਜਿਹੜੇ 20-20, 25-25 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ। ਦੇਖੋ, ਇਹ ਲੋਕਾਂ ਦੇ ਧਿਆਨ 'ਚ ਵੀ ਆਇਆ ਕਿ ਇਹਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਕਿੰਨੇ ਸਾਲਾਂ ਤੋਂ ਕਿਹੜੇ ਬੰਦੇ ਜੇਲ੍ਹਾਂ ਵਿੱਚ ਬੰਦ ਨੇ, ਔਰ ਉਹਨਾਂ ਦੀ ਇਸ ਭੁੱਖ ਹੜਤਾਲ ਦੇ ਕਰਕੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਇਹ ਪੀਸਫੁਲ ਐਜੀਟੇਸ਼ਨ ਹੈ, ਭਾਵੇਂ ਭੁੱਖ ਹੜਤਾਲ ਹੈ, ਸੱਤਿਆਗ੍ਰਹਿ ਹੈ, ਕੋਈ ਵੀ ਹੈ, ਉਹਨਾਂ ਦੀ ਅਹਿਮੀਅਤ ਬਹੁਤ ਵੱਡੀ ਹੁੰਦੀ ਹੈ। ਔਰ ਲੋਕ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਲੋਕ ਇਸ ਮੂਵਮੈਂਟ ਦੇ ਨਾਲ ਜੁੜੇ, ਲੋਕਾਂ ਨੂੰ ਚੰਗਾ ਲੱਗਿਆ। ਇੱਕ ਚਰਚਾ ਛਿੜੀ ਸੀ ਲੋਕਾਂ ਦੇ ਵਿੱਚ ਵੀ ਕਿਉਂ ਬੰਦ ਨੇ, ਕੌਣ ਛੱਡ ਸਕਦਾ ਹੈ, ਸੁਪਰੀਮ ਕੋਰਟ ਛੱਡ ਸਕਦਾ ਕਿ ਸਰਕਾਰ ਛੱਡ ਸਕਦੀ ਹੈ, ਕਿਉਂਕਿ ਐਸੀਆਂ ਘਟਨਾਵਾਂ ਵੀ ਵਾਪਰੀਆਂ। ਕਿਉਂਕਿ ਜਿਹੜੀ ਸਾਡਾ ਲੈਜਿਸਲੇਟਿਵ ਸਿਸਟਮ ਹੈ, ਸਾਡਾ ਡੈਮੋਕ੍ਰੇਸੀ ਹੈ, ਸਾਡੀ ਸਰਕਾਰ ਚੱਲਦੀ ਹੈ, ਇਹਦੀ ਕੈਬਨਿਟ ਕੋਲ ਬਹੁਤ ਸਾਰੇ ਅਧਿਕਾਰ ਹੁੰਦੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਬਹੁਤ ਵਾਰੀ ਜੇਲ੍ਹਾਂ ਵਿੱਚ ਰਹੇ ਨੇ, ਔਰ ਜਦੋਂ ਵੀ ਜੇਲ੍ਹਾਂ ਵਿੱਚ ਰਹਿੰਦੇ, ਸਾਡਾ ਇੱਕ ਪੰਜਾਬ ਦਾ ਜੇਲ੍ਹ ਮੈਨੂਅਲ ਬਣਿਆ, ਤੇ ਉਹ ਜੇਲ੍ਹ ਮੈਨੂਅਲ ਦੇ ਮੁਤਾਬਕ ਜਿਹੜਾ ਵੀ ਕੋਈ ਜਿਹਨੂੰ 20 ਸਾਲ ਸਜ਼ਾ ਹੁੰਦੀ ਸੀ, ਆਮ ਤੌਰ ਤੇ ਇੱਕ ਭਾਵਨਾ ਸੀਗੀ ਵੀ ਉਹਨਾਂ ਦੀ ਰਿਹਾਈ ਵਾਸਤੇ 10 ਸਾਲ ਬਾਅਦ, 12 ਸਾਲ ਬਾਅਦ ਇੱਕ ਜੇਲ੍ਹ ਚੋਂ ਨਕਸ਼ਾ ਤੋਰਿਆ ਜਾਂਦਾ ਹੈ, ਔਰ ਉਹ ਨਕਸ਼ੇ ਦੀ ਪ੍ਰਕਿਰਿਆ ਜਿਹੜੀ ਹੈਗੀ ਹੋਮ ਡਿਪਾਰਟਮੈਂਟ ਕੋਲ ਜਾਂਦੀ ਹੈ, ਪੁਲਿਸ ਕੋਲ ਵੈਰੀਫਿਕੇਸ਼ਨ ਵਾਸਤੇ ਜਾਂਦਾ ਹੈ, ਅਲਟੀਮੇਟਲੀ ਗਵਰਨਰ ਦੀ ਮਨਜ਼ੂਰੀ ਦੇ ਨਾਲ ਉਸ ਬੰਦੇ ਦੀ ਰਿਹਾਈ ਕੀਤੀ ਜਾਂਦੀ ਸੀਗੀ। ਔਰ ਉਹ ਬਾਦਲ ਸਾਹਿਬ ਜਦੋਂ ਵੀ ਜੇਲ੍ਹ 'ਚ ਜਾਂਦੇ ਸੀ ਤੇ ਇਹ ਕੈਦੀਆਂ ਨੂੰ ਵਾਅਦਾ ਕਰਕੇ ਆਉਂਦੇ ਸੀ ਕਿ ਮੈਂ ਜਦੋਂ ਨੈਕਸਟ ਟਾਈਮ ਮੁੱਖ ਮੰਤਰੀ ਬਣਿਆ ਤੇ ਮੈਂ ਤੁਹਾਡੀ ਨਕਸ਼ਾ ਪ੍ਰਕਿਰਿਆ ਖਤਮ ਕਰ ਦਿਆਂਗਾ, ਤੁਹਾਡੀ ਜਦੋਂ ਕੈਦ ਪੂਰੀ ਹੋ ਜਾਇਆ ਕਰੇਗੀ ਤੁਹਾਨੂੰ ਡਿਊਟੀ ਤੋਂ, ਜੇਲ੍ਹ ਦੀ ਡਿਊਟੀ ਤੋਂ ਤੁਹਾਨੂੰ ਰਿਹਾ ਕਰ ਦਿੱਤਾ ਜਾਇਆ ਕਰੇਗਾ। ਔਰ ਬਟ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਤਾਂ ਬਣ ਗਏ, ਪਰ ਲੋਕਾਂ ਦੀ ਉਹ ਮੰਗ ਨਹੀਂ ਮੰਨੀ ਗਈ। ਔਰ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹਰ ਬੰਦਾ ਚਾਹੁੰਦਾ ਸੀ ਕਿ ਇਹ ਸਾਡੀ ਅਗੇਤੀ ਰਿਹਾਈ ਜਿਹੜੀ ਅਰਲੀ ਰਿਲੀਜ਼ ਜਿਹੜੀ ਹੈ ਉਹ ਸਾਡਾ ਹੱਕ ਬਣਦਾ, ਸਾਨੂੰ ਕਰਨਾ ਚਾਹੀਦਾ। ਔਰ ਇੱਕ ਇਨਸੀਡੈਂਟ ਪਿਛਲੇ ਦਿਨਾਂ ਵਿੱਚ ਇਹ ਵੀ ਵਾਪਰਿਆ ਕਿ ਇੱਕ ਗੁਰਮੀਤ ਸਿੰਘ ਪਿੰਕੀ ਸਾਬਕਾ ਪੁਲਿਸ ਇੰਸਪੈਕਟਰ ਸੀ, ਜਿਹੜਾ ਇੱਕ ਮਰਡਰ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ, ਉਹਨੂੰ ਰਿਹਾ ਕਰਨ ਦੇ ਵਾਸਤੇ ਪੰਜਾਬ ਸਰਕਾਰ ਨੇ ਬਹੁਤ ਕਾਹਲੀ ਦਿਖਾਈ, ਔਰ ਉਹਨੂੰ ਆਪਣੇ ਕੈਬਨਿਟ ਦੇ ਵਿੱਚ ਮਤਾ ਲਿਆ ਕੇ 3.5 ਸਾਲ ਦੀ ਕੈਦ ਪੂਰੀ ਹੋਣ ਤੋਂ ਬਾਅਦ ਹੀ ਜਿਹੜੀ ਪ੍ਰੀ ਮੈਚਿਓਰ ਉਹਦੀ ਰਿਹਾਈ ਕੀਤੀ। ਉਹਨੇ ਲੋਕਾਂ ਨੇ ਬੜੇ ਅੱਖਾਂ ਖੋਲੀਆਂ ਵੀ ਜੇ ਸਰਕਾਰ ਇਹ ਕਰ ਸਕਦੀ ਹੈ ਤੇ ਬਾਕੀਆਂ ਨੂੰ ਰਿਹਾ ਕਰਨ ਦੀ ਕਿਹੜੀ ਗੱਲ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਲਿਸਟ ਅਖਬਾਰਾਂ ਵਿੱਚ ਜਾਰੀ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ 116 ਬੰਦੇ ਜੇਲ੍ਹਾਂ ਵਿੱਚ ਬੰਦ ਹੈ, ਬਟ ਉਹਨਾਂ ਦੇ ਵਿੱਚੋਂ ਜਿਹੜੇ 96 ਬੰਦੇ ਨੇ ਉਹ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਨੇ। ਤੇ ਜਦੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਆ, ਕਿਉਂਕਿ ਸਟੇਟ ਸਬਜੈਕਟ ਬਣ ਜਾਂਦਾ ਹੈ, ਤੇ ਲੋਕਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਵੀ ਬਾਕੀਆਂ ਸਟੇਟਾਂ ਦੀ ਗੱਲ ਤਾਂ ਫੇਰ ਕਰਿਓ, ਪਹਿਲਾਂ ਪੰਜਾਬ ਦੀ ਗੱਲ ਤਾਂ ਕਰ ਲਓ ਵੀ ਜੇ ਤੁਸੀਂ ਗੁਰਮੀਤ ਸਿੰਘ ਪਿੰਕੀ ਨੂੰ ਛੱਡ ਸਕਦੇ ਹੋ ਤੇ ਜਿਹੜੇ ਬਾਕੀ 96 ਬੰਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਆ ਤੁਸੀਂ ਇਹ ਵੀ ਛੱਡ ਸਕਦੇ ਹੋ। ਲੋਕਾਂ ਨੇ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ, ਔਰ ਬੜੀ ਜੈਨੂਅਨ ਸੀ, ਔਰ ਇਹਦੇ ਵਿੱਚ ਕੋਈ ਅੜਚਨ ਕੋਈ ਨਹੀਂ ਸੀ। ਔਰ ਮੈਂ ਇਸ ਪਾਸੇ ਵੀ ਕਾਇਲ ਸੀ ਕਿ ਭਾਈ ਗੁਰਬਖਸ਼ ਸਿੰਘ ਨੇ ਉਹਨਾਂ ਲੋਕਾਂ ਦੀ ਰਿਹਾਈ ਦੀ ਮੰਗ ਨਹੀਂ ਸੀ ਕੀਤੀ ਜਿੱਦਾਂ ਦੀ ਹਾਲੇ ਕੈਦ ਅਦਾਲਤਾਂ ਦੇ ਮੁਤਾਬਕ ਪੂਰੀ ਨਹੀਂ ਸੀ ਹੋਈ। ਜਿਹੜੇ ਅਦਾਲਤਾਂ ਵੱਲੋਂ ਜਿੰਨਾ ਸੀ ਉਹਨਾਂ ਨੂੰ ਰਿਹਾ ਕਰਨਾ ਚਾਹੁੰਦੇ, ਸਾਨੂੰ ਪਰਮਿਸ਼ਨ ਦਿੱਤੀ ਜਾਵੇ, ਉਹ ਤਾਂ ਫਿਰ ਇਹਨਾਂ ਦੀ ਪ੍ਰੈਰੋਗੇਟਿਵ ਹੈ ਨਾ ਪੰਜਾਬ ਸਰਕਾਰ ਦਾ। ਤੇ ਜੇ ਇਹ ਨਹੀਂ ਕਰਦੇ, ਰਾਹ ਤੇ ਸਾਰੇ ਖੁੱਲ੍ਹੇ ਨੇ ਜੀ। ਸਰਕਾਰਾਂ ਕੋਲੇ ਕਿਹੜੇ ਰਾਹ ਹੁੰਦੇ ਆ? ਸਰਕਾਰਾਂ ਤੇ ਮੁੱਖ ਮੰਤਰੀ ਜਿਹੜੀ ਜ਼ੁਬਾਨ ਤੋਂ ਜਿਹੜੀ ਕੋਈ ਸ਼ਬਦ ਕੱਢ ਦਿੰਦਾ ਉਹ ਕਾਨੂੰਨ ਬਣ ਜਾਂਦਾ ਹੈ। ਤੇ ਇਹ ਵੱਡੇ ਫੈਸਲੇ ਚਲੋ ਕਰਦੇ ਨੇ, ਕੋਈ ਆਰਡੀਨੈਂਸ ਦੇ ਰਾਹੀਂ ਫੈਸਲਾ ਕਰ ਦਿੰਦਾ, ਕੋਈ ਆਪਣਾ ਕੈਬਨਿਟ ਦੇ ਰਾਹੀਂ ਦੇ ਰਾਹੀਂ ਕੋਈ ਫੈਸਲਾ ਕਰ ਦਿੰਦਾ। ਕਿ ਇਹਨਾਂ ਨੂੰ ਭਾਈ ਬਹੁਤ ਜ਼ਿਆਦਾ ਰਾਹ ਨੇ,
ਸਰਕਾਰਾਂ ਦਾ ਏਡਾ ਵੱਡਾ ਅਦਾਰਾ ਖੁੱਲ੍ਹਾ ਹੈ, ਸਟੇਟ ਸਬਜੈਕਟ ਨੇ, ਜੋ ਮਰਜ਼ੀ ਕਰ ਸਕਦੇ ਆ। ਪਰ ਵੇਖੋ ਜਿਹੜੇ ਲੋਕ ਤਾਂ ਜੇਲ੍ਹ 'ਚ ਬੰਦ ਨੇ, ਖੈਰ ਅਸੀਂ ਵੀ ਜੇਲ੍ਹ 'ਚ ਰਹੇ ਆ, ਲੋਕ ਤਾਂ ਨੈਚੁਰਲੀ ਹਰ ਇੱਕ ਬੰਦਾ ਕੋਈ ਵੀ ਕਨਫਾਈਨਮੈਂਟ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ, ਕੈਦ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ, ਹਰ ਕੋਈ ਆਜ਼ਾਦ ਹੋਣਾ ਚਾਹੁੰਦਾ। ਤੇ ਜਿਹੜਾ ਕੋਈ ਸਪੋਜ਼ ਕੋਈ 70 ਸਾਲ ਦਾ ਹੋ ਗਿਆ, 80 ਸਾਲ ਦਾ ਹੋ ਗਿਆ, 90 ਸਾਲ ਦਾ ਹੋ ਗਿਆ, ਹਿਊਮੈਨਿਟੇਰੀਅਨ ਗਰਾਊਂਡ ਤੇ ਜੇ ਛੱਡ ਵੀ ਦਿੱਤਾ ਜਾਵੇ ਤਾਂ ਕੋਈ ਏਡੀ ਆਫਤ ਨਹੀਂ ਆਉਣ ਵਾਲੀ। ਸਰਕਾਰ ਨੂੰ ਇਨਸਾਨੀਅਤ ਦੇ ਨਾਤੇ ਹਿਊਮੈਨਿਟੇਰੀਅਨ ਗਰਾਊਂਡ ਤੇ ਫੈਸਲੇ ਲੈਣੇ ਚਾਹੀਦੇ ਆ ਜੀ, ਮੈਂ ਤੇ ਇਹ ਗੱਲ ਚਾਹੁੰਦਾ। ਠੀਕ ਹੈ। ਅੱਛਾ, ਸਾਨੂੰ ਥੋੜ੍ਹਾ ਜਿਹਾ ਇਹ ਦੱਸੋ ਵੀ ਜਿਸ ਵੇਲੇ ਭੁੱਖ ਹੜਤਾਲ ਸ਼ੁਰੂ ਹੋਈ ਸੀ ਤੇ ਉਦੋਂ ਇਹ ਗੱਲ ਚੱਲੀ ਸੀ ਵੀ ਜਾਂ ਬੰਦੀ ਰਿਹਾ ਹੋਣਗੇ ਜਾਂ ਭਾਣਾ ਵਰਤੇਗਾ। ਹੁਣ ਥੋੜ੍ਹਾ ਜਿਹਾ ਦੱਸੋ ਵੀ ਉਹ ਅਰਦਾਸ ਤਾਂ ਫਿਰ ਵਿੱਚੇ ਹੀ ਰਹਿ ਗਈ। ਨੈਚੁਰਲੀ ਮੈਂ ਤਾਂ ਅੱਗੇ ਹੀ ਗੱਲ ਕਰ ਰਿਹਾ ਜੋਰ ਸਾਹਿਬ ਕਿ ਇਹ ਤਾਂ ਸ਼ੌਕ ਲੱਗਿਆ ਲੋਕਾਂ ਨੂੰ। ਇਹ ਸੀ ਕਿ ਜਿਵੇਂ ਭਾਈ ਗੁਰਬਖਸ਼ ਸਿੰਘ ਹੋਣਾ ਨੇ ਪਹਿਲਾਂ ਇੱਕ ਵਾਰੀ ਭੁੱਖ ਹੜਤਾਲ ਰੱਖੀ ਸੀ ਕਾਫੀ ਦਿਨਾਂ ਵਾਸਤੇ, ਤੇ ਹੁਣ ਜਿਵੇਂ ਰੱਖ ਕੇ ਚੱਲੇ ਸੀ ਦੂਜੀ ਵਾਰੀ। ਇਹ ਬਟ ਨਾ ਇਹਦੇ ਵਿੱਚ ਨਾ ਜੀ ਮੈਂ ਮਹਿਸੂਸ ਕਰਦਾ ਕਿ ਸਰਕਾਰਾਂ ਨੇ ਮੈਕੀਨੇਸ਼ਨ ਕੀਤੀ ਹੈ ਇਹਦੇ ਵਿੱਚ। ਸਾਡੀ ਪੰਜਾਬ ਸਰਕਾਰ, ਦੂਜੇ ਪਾਸੇ ਹਰਿਆਣਾ ਸਰਕਾਰ, ਇਹ ਦੋਵਾਂ ਨੇ ਤਾਂ ਨਹੀਂ ਪਤਾ ਨਹੀਂ ਕੀ ਸਾਜ਼ਿਸ਼ ਕਰੀ ਆ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਹੁਣੀ ਇੰਨੇ ਕੋਈ ਨਰਮ ਇਰਾਦੇ ਦੇ ਬੰਦੇ ਨਹੀਂ ਸੀਗੇ। ਇਹ ਤਾਂ ਵੇਖੋ ਸਰਕਾਰਾਂ ਨੇ ਕਰਕੇ ਆਪਣੀ ਐਮਬੈਰਸਮੈਂਟ ਤੋਂ ਬਚਣ ਦੇ ਵਾਸਤੇ ਇਹੋ ਜਿਹਾ ਗੁਰਾ ਅਪਣਾਇਆ ਜਿਹਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਪ੍ਰੈਸ਼ਰਾਈਜ਼ ਕੀਤਾ ਹੋਏਗਾ ਕਿ ਇਹ ਸਾਰਾ ਮਸਲਾ ਜਿਹੜਾ, ਕਿਉਂਕਿ ਵੇਖੋ ਉਹ ਇੱਕ ਸੰਸਥਾ ਤੇ ਹੈ ਨਹੀਂ ਸੀ, ਇੱਕ ਨਿੱਜੀ ਤੌਰ ਤੇ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ। ਉਹਨਾਂ ਦੇ ਨਾਲ ਕੋਈ ਉਹਨਾਂ ਦੇ ਐਡਵਾਈਜ਼ਰ ਵੀ ਨਹੀਂ ਸੀ ਚੰਗੇ, ਲੋਕ ਆਪਣੇ ਤੌਰ ਤੇ ਪਿੰਡਾਂ 'ਚ ਉੱਠੇ ਸੀਗੇ। ਉਹਨਾਂ ਨੂੰ ਕਿਹਨੇ ਸਲਾਹ ਦਿੱਤੀ, ਕਿਹਨੇ ਨਹੀਂ ਦਿੱਤੀ। ਇੱਕ ਪੰਜਾਬ 'ਚ ਉਹਨਾਂ ਦੀ ਐਂਟਰੀ ਬੈਨ ਸੀ। ਉਹ ਇੱਕ ਲਖਨੌਰ ਸਾਹਿਬ ਗੁਰਦੁਆਰਾ ਜਿਹੜਾ ਮਾਤਾ ਗੁਜਰ ਕੌਰ ਦੇ ਪੇਕੇ ਨੇ, ਮਾਤਾ ਜੀ ਜਿਹੜੇ ਗੁਜਰ ਕੌਰ ਜੀ ਮਾਤਾ ਜੀ ਉਹਨਾਂ ਦੇ ਪੇਕੇ ਸਨ ਅੰਬਾਲੇ ਦੇ ਬਿਲਕੁਲ ਲਾਗੇ, ਉੱਥੇ ਉਹ ਬਹਿ ਕੇ ਸ਼ੈਲਟਰ ਲੈ ਕੇ ਉੱਥੇ ਭੁੱਖ ਹੜਤਾਲ ਰੱਖ ਕੇ ਬੈਠੇ ਸੀ। ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਨੇ, ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਇਹਦੇ ਬੈਟਰ ਉਹ ਨਾ ਜਾਣਦੇ ਨੇ। ਬਟ ਇਹ ਗੱਲ ਜ਼ਰੂਰ ਪਤਾ ਸੀ ਕਿ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਪੰਜਾਬ ਵਿੱਚ ਐਂਟਰ ਨਹੀਂ ਸੀ ਹੋਣ ਦਿੰਦੀ। ਇੱਕ ਪਾਸੇ ਖੰਡ ਪਾਠ ਸਾਹਿਬ ਰਖਾਇਆ ਸੀ, ਇਹਨਾਂ ਦੇ ਵੀ ਇਰਾਦੇ ਕੋਈ ਬਹੁਤੇ ਨੇਕ ਨਹੀਂ ਸੀ। ਔਰ ਹਰਿਆਣਾ ਦੇ ਵਿੱਚ ਵੀ ਅੱਜ ਕੱਲ੍ਹ RSS ਦੀ ਔਰ BJP ਦੀ ਸਰਕਾਰ ਹੈ ਜੀ, ਉਹ ਵੀ ਕਿੱਥੋਂ ਚਾਹੇਗੀ ਸਾਰੇ ਇਸ਼ੂਜ਼ ਜਿਹੜੇ ਨੇ ਉਹ ਜਿਹੜੇ ਇਸ਼ੂਜ਼ ਤੇ ਉਹ BJP ਦੀ ਜਿਹੜੀ ਸੋਚ ਆ ਉਹ ਵੀ ਬੜੀ ਸਪਸ਼ਟ ਆ, ਉਹ ਨਹੀਂ ਚਾਹੁੰਦੀ ਵੀ ਕੋਈ ਰਿਹਾ ਹੋਵੇ। ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਪਤਾ ਨਹੀਂ ਕੀ ਭਾਣਾ ਵਾਪਰਿਆ ਹੋਏਗਾ, ਬਟ ਆਮ ਤੌਰ ਤੇ ਆਪ ਲੋਕਾਂ ਨੂੰ ਸ਼ੌਕ ਲੱਗਾ। ਇਹ ਭਾਈ ਗੁਰਬਖਸ਼ ਸਿੰਘ ਨੂੰ ਵੀ ਮਾੜਾ ਕਹਿਣਾ ਕਿ ਉਹਨਾਂ ਨੇ ਪਤਾ ਨਹੀਂ ਕੀ ਮਾੜਾ ਕਰਤਾ, ਅਸੀਂ ਨਹੀਂ ਜਾਣਦੇ ਕਿ ਉਹਨਾਂ ਨਾਲ ਕੀ ਭਾਣਾ ਵਾਪਰਿਆ ਜਾਂ ਕਿੰਨਾ ਹਾਲਾਤਾਂ ਵਿੱਚ ਉਹਨਾਂ ਨੂੰ ਇਹ ਸਟ੍ਰਾਈਕ ਜਿਹੜੀ ਸੀ, ਹੰਗਰ ਸਟ੍ਰਾਈਕ ਕਾਲ ਆਫ ਕਰਨੀ ਪਈ। ਇਹ ਰੱਬ ਜਾਣਦਾ, ਪਰਮਾਤਮਾ ਜਾਣਦਾ। ਉਸ ਤੋਂ ਬਾਅਦ ਅਸੀਂ ਮਿਲ ਨਹੀਂ ਸਕੇ ਉਹਨਾਂ ਨੂੰ, ਜੇ ਕਿਤੇ ਮਿਲਾਂਗੇ ਤਾਂ ਜ਼ਰੂਰ ਉਹਨਾਂ ਨੂੰ ਪੁੱਛਾਂਗੇ ਵੀ ਕੀ ਭਾਣਾ ਵਾਪਰਿਆ। ਤਾਂ ਬੈਟਰ ਜੇ ਕਿਤੇ ਉਹ ਲਾਈਨ ਤੇ ਆ ਸਕਣ ਉਹਨਾਂ ਨੂੰ ਤੁਸੀਂ ਬੈਟਰ ਪੁੱਛੋ ਤੇ ਮੇਰੇ ਖਿਆਲ 'ਚ ਕਾਫੀ ਕਲੈਰਿਟੀ ਹੋ ਸਕਦੀ ਹੈ। ਸਰਦਾਰ ਗਿੱਲ ਜੀ, ਤੁਸੀਂ ਆਪਾਂ ਇੱਕ ਦੋ ਪਹਿਲੂ ਅਜੇ ਹੋਰ ਵਿਚਾਰ ਰਹੇ ਹਾਂ, ਇਸੇ ਤਰ੍ਹਾਂ ਲਾਈਨ ਤੇ ਰਹਿਣਾ ਤੇ ਥੋੜਾ ਜਿਹਾ ਚੇਅਰਮੈਨ ਸਾਹਿਬ ਤੋਂ ਵੀ ਪੁੱਛਦੇ ਹਾਂ ਵੀ ਅਰਦਾਸ ਦੇ ਸਿਲਸਿਲੇ ਦੇ ਵਿੱਚ ਇਹਨਾਂ ਦਾ ਕੀ ਵਿਚਾਰ ਹੈ, ਜਿਹੜੀ ਕਿ ਅਰਦਾਸ ਸਿਰੇ ਨਹੀਂ ਚੜੀ ਲੱਗਦੀ। ਦੱਸੋ ਚੇਅਰਮੈਨ ਸਾਹਿਬ। ਬਿਲਕੁਲ ਜੀ, ਮੈਂ ਗੱਲ ਸਾਹਿਬ ਨਾਲ ਬਿਲਕੁਲ ਐਗਰੀ ਹਾਂ। ਸੰਗਤਾਂ ਕਾਫੀ ਸਾਨੂੰ ਆਸ ਸੀਗੀ ਉਹ ਤੋਂ, ਅਸੀਂ ਉਹ ਹੁਣ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਨੇ, ਜ਼ਰੂਰ ਕੁਛ ਨਾ ਕੁਛ ਜੋ ਭਾਈ ਸਾਹਿਬ ਦੇ ਵਿਊ ਜਾਂ ਅਸੀਂ ਲੇਟੈਸਟ ਉਹਨਾਂ ਦੇ ਵਿਚਾਰ ਸੁਣੇ ਹੈਗੇ ਆ, ਪਰਿਵਾਰ ਦੇ ਵਿਚਾਰ ਅਸੀਂ ਸੁਣਦੇ ਰਹੇ, ਉਹਨਾਂ ਤੇ ਕਾਫੀ ਪ੍ਰੈਸ਼ਰ ਪਾਇਆ ਗਿਆ ਸੀ। ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਇਆ, ਕੀ ਗੱਲਬਾਤ ਹੋਈ ਆ, ਉਹ ਤਾਂ ਹੁਣ ਉਹੀ ਜਵਾਬ ਦੇ ਸਕਦੇ ਨੇ ਜਾਂ ਰੱਬ ਜਾਣਦਾ ਜੀ। ਬਾਕੀ ਹੋਇਆ ਜ਼ਰੂਰ ਕੁਛ ਨਾ ਕੁਛ ਹੋਇਆ ਜੋ ਉਹਨਾਂ ਨੂੰ ਇੱਕਦਮ ਚੇਂਜ ਹੋਣਾ ਪਿਆ ਜੀ। ਠੀਕ ਹੈ ਜੀ, ਬਲ ਸਾਹਿਬ ਤੁਹਾਡਾ ਇਹਦੇ ਬਾਰੇ ਵਿਚਾਰ। ਮੈਂ ਤਾਂ ਇਹ ਕਹਾਂਗਾ ਜੀ ਕਿ ਭਾਈ ਸਾਹਿਬ ਦੀ ਸਾਰੀ ਗੱਲਬਾਤ ਸੁਣੀ ਹੈ ਵੀ 100 ਹੱਥ ਰੱਸਾ ਸਿਰੇ ਤੇ ਗੰਢ। ਪੰਜਾਬ ਦੇ ਵਿੱਚ ਜਿਹੜਾ ਰਾਜਸੀ ਢਾਂਚਾ ਤੇ ਜਿਹੜਾ ਕਾਨੂੰਨੀ ਢਾਂਚਾ ਪੰਜਾਬ ਦੇ ਵਿੱਚ ਆ ਤੇ ਜਿਹੜਾ ਹਿੰਦੁਸਤਾਨ ਦੇ ਵਿੱਚ ਆ ਜੀ, ਸਿੱਖ ਉਹਦੇ ਤੇ ਯਕੀਨ ਕਰ ਹੀ ਨਹੀਂ ਸਕਦੇ। ਉਹ ਢਾਂਚਾ ਜਿਹੜਾ ਸਿੱਖਾਂ ਨੂੰ ਇਨਸਾਫ ਦੇ ਹੀ ਨਹੀਂ ਸਕਦਾ। ਔਰ ਇਹਦਾ ਸਬੂਤ ਭਾਈ ਸਾਹਿਬ ਜੀ ਨੇ ਡਿਟੇਲ ਦੇ ਵਿੱਚ ਦੱਸ ਦਿੱਤਾ। ਇਹਦਾ ਸੋਲੂਸ਼ਨ ਕੀ ਆ, ਚਾਹੇ ਅਸੀਂ ਰਾਜਸੀ ਕੋਈ ਵਰਕ ਪਲਾਨ ਘੜੀਏ, ਕੋਈ ਰਿਲੀਜੀਅਸ ਵਰਕ ਪਲਾਨ ਘੜੀਏ, ਜਾਂ ਇਦਾਂ ਦਾ ਹੀ ਜਿਸ ਤਰ੍ਹਾਂ ਕਿ ਜੈਤੋ ਦੇ ਮੋਰਚੇ ਜਦੋਂ ਗੁਰੂ ਕੇ ਬਾਗ ਦੇ ਮੋਰਚੇ ਲੱਗੇ, ਨਾਨ ਵਾਇਲੈਂਟ ਤਰੀਕੇ ਦੇ ਨਾਲ ਹੀ ਸਿੱਖਾਂ ਨੂੰ ਸੰਘਰਸ਼ ਕਰਨਾ ਪਏ ਸਾਰੇ ਹਿੰਦੁਸਤਾਨ ਦੇ ਵਿੱਚ। ਇਹ ਲੀਡਰਸ਼ਿਪ ਨੇ ਅਜੇ ਫੈਸਲਾ ਅਦਾ ਕਰਨਾ। ਪਰ ਜਿਹੜਾ ਢਾਂਚਾ ਅੱਜ ਹੈ ਉਹ ਇਨਸਾਫ ਦੇਣ ਦੇ ਵਿੱਚ ਨਾਕਾਮਯਾਬ ਹੋਇਆ ਤੇ ਉਹਦੇ ਵਿੱਚ ਕਿਸੇ ਹੱਦ ਤੱਕ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਡਿਟੇਲ 'ਚ ਨਹੀਂ ਜਾਂਦੇ, ਕਿਸੇ ਹੱਦ ਤੱਕ ਜਿਹੜੀ ਸਾਡੀ ਆਪਣੀ ਕਮਿਊਨਿਟੀ ਦੀ ਲੀਡਰਸ਼ਿਪ ਆ ਜਾਂ ਲੈਕ ਆਫ ਲੀਡਰਸ਼ਿਪ, ਕਿ ਅਸੀਂ ਸਟਰੋਂਗ ਸਟੈਂਡ ਲੈ ਕੇ ਉਹਦੇ ਤੇ ਦ੍ਰਿੜਤਾ ਦੇ ਨਾਲ ਖੜੇ ਹੋ ਕੇ ਲੜਾਈ ਲੜਦੇ ਹੀ ਨਹੀਂ। ਇਫਸ ਐਂਡ ਬਟਸ
ਕਿੰਨੇ ਲਾ ਕੇ ਤੇ ਫੇਰ ਵੇਖਦੇ ਆ ਵੀ ਕੁਝ ਕਰੀਏ ਕਿ ਨਾ ਕਰੀਏ। ਸੋ ਜਿੰਨਾ ਚਿਰ ਤੱਕ ਆਪਾਂ ਇਹ ਜਿਹੜੀਆਂ ਆਪਣੀਆਂ ਇੰਟਰਨਲ ਇਸ਼ੂਜ਼ ਨੇ ਲੀਡਰਸ਼ਿਪ ਦੇ ਨਾਲ ਸੰਬੰਧਿਤ, ਆਰਗੇਨਾਈਜੇਸ਼ਨਲ ਸੰਬੰਧਿਤ, ਇਹਨਾਂ ਨੂੰ ਕਿਸੇ ਤਰੀਕੇ ਨਾਲ ਚੰਗੀ ਤਰ੍ਹਾਂ ਹੋਰ ਐਡਰੈਸ ਕਰਕੇ ਆਪਣੀ ਜਿਹੜੀ ਫਿਊਚਰ ਦੀ ਜਿਹੜੀ ਵਰਕ ਪਲਾਨ ਹੈ ਉਹ ਡਿਵੈਲਪ ਨਹੀਂ ਕਰਦੇ, ਇਦਾਂ ਦੇ ਜਿਹੜੇ ਠੇਡੇ ਨੇ ਸਾਨੂੰ ਸ਼ਾਇਦ ਅਜੇ ਹੋਰ ਖਾਣੇ ਪੈਣ। ਸਰਦਾਰ ਗਿੱਲ ਜੀ, ਥੋੜਾ ਜਿਹਾ ਇਹ ਦੱਸੋ ਇੱਥੇ, ਕਿਉਂਕਿ ਕੈਨੇਡੀਅਨ ਸਿੱਖ ਥੋੜਾ ਜਿਹਾ ਮਹਿਸੂਸ ਕਰਦੇ ਆ, ਕਿਉਂਕਿ ਵੀ ਗਰੁੱਪਾਂ 'ਚ, ਧੜਿਆਂ 'ਚ, ਪਾਰਟੀਆਂ 'ਚ, ਬਾਕੀ ਸਾਰਾ ਕੁਝ ਇੱਥੇ ਵੰਡ ਵਡਾਈਆ ਕਾਫੀ ਆ ਜੀ। ਏਕਤਾ ਯੂਨਿਟੀ ਦੀ ਘਾਟ ਹੋਣ ਕਰਕੇ ਕਈ ਸਾਰੇ ਮਸਲੇ ਨਿਬੜਨੇ ਤਾਂ ਕੀ ਸੀਗੇ, ਉਹ ਲਾਮਲੇਟ ਪੈ ਕੇ ਹੋਰ ਗਾਂਹ ਤੋਂ ਗਾਂਹ ਵੱਡੇ ਹੀ ਹੁੰਦੇ ਗਏ। ਪਰ ਇਸ ਇਸ਼ੂ ਤੇ ਮਹਿਸੂਸ ਕੀਤਾ ਜਾਂਦਾ ਵੀ ਸਿੱਖ ਕੌਮ ਯੂਨਾਈਟ ਹੋ ਸਕੀ ਆ। ਤੁਹਾਡੇ ਇੱਥੇ ਪੰਜਾਬ ਦੇ ਵਿੱਚ ਕਿੱਦਾਂ ਮਹਿਸੂਸ ਕਰਦੇ ਆ ਵੀ ਸਿੱਖ ਇਸ ਮੁੱਦੇ ਤੇ ਇਕੱਠੇ ਹੋ ਸਕੇ ਆ ਜੀ? ਅਸਲ ਦੇ ਵਿੱਚ ਨਾ ਜੀ ਜੌਲ ਸਾਹਿਬ, ਸਿੱਖ ਤਾਂ ਜਦੋਂ ਵੀ ਕੋਈ ਇਸ਼ੂ, ਕੋਈ ਇਮੋਸ਼ਨਲ, ਕੋਈ ਜਜ਼ਬਾਤੀ ਗੱਲ ਉੱਠਦੀ ਹੈ ਨਾ ਜੀ, ਲੋਕ ਤਾਂ ਮੈਂ ਸਮਝਦਾ ਵੀ ਘਰ-ਬਾਰ ਛੱਡ ਕੇ, ਕੋਈ ਕਹਿੰਦਾ ਜੀ ਕਾਲੀਆਂ ਝੰਡੀਆਂ ਲੈ ਕੇ ਆਓ ਤੇ ਲੋਕ ਕਾਲੀਆਂ ਝੰਡੀਆਂ ਲੈ ਕੇ ਤੁਰ ਪੈਂਦੇ ਨੇ, ਕੋਈ ਕਹਿੰਦਾ ਜੀ ਕੇਸਰੀ ਝੰਡੀਆਂ ਲੈ ਕੇ ਆਓ ਤੇ ਲੋਕ ਕੇਸਰੀ ਝੰਡੀਆਂ ਲੈ ਕੇ ਤੁਰ ਪੈਂਦੇ। ਲੋਕਾਂ ਦੀ ਘਾਟ ਤਾਂ ਕੋਈ ਨਹੀਂ ਗੀ। ਦੇਖੋ, ਲੋਕਾਂ ਨੇ ਤੇ ਵਿਸ਼ਵਾਸ ਕਰਨਾ ਹੁੰਦਾ। ਲੋਕਾਂ ਨੇ ਤੇ ਸੰਤ ਫਤਿਹ ਸਿੰਘ ਤੇ ਵੀ ਵਿਸ਼ਵਾਸ ਕੀਤਾ ਸੀ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਮਰਨ ਵਰਤ ਰੱਖਿਆ ਸੀ। ਉਹ ਵੱਖਰੀ ਗੱਲ, ਉਹ ਛੱਡ ਕੇ ਬਾਅਦ ਲੋਕਾਂ ਨੇ ਵਿਸ਼ਵਾਸ ਤੇ ਦਰਸ਼ਨ ਸਿੰਘ ਜਿਹੜੇ ਫੇਰੂਮਾਨ ਸੀ ਉਹਨਾਂ ਤੇ ਵੀ ਕੀਤਾ ਸੀ, ਉਹਨਾਂ ਨੇ ਆਪਣੀ ਅਰਦਾਸ ਪੂਰੀ ਕਰਤੀ। ਦੇਖੋ, ਜਿਹੜੀ ਹਿਸਟਰੀ ਆ, ਹਿਸਟਰੀ ਤੇ ਕਦੇ ਕਿਸੇ ਨੂੰ ਮਾਫ ਨਹੀਂ ਕਰਦੀ। ਲੋਕ ਕਦੇ ਵੀ, ਭਾਈ ਸਾਹਿਬ, ਲੋਕ ਅੱਜ ਪੰਜਾਬ ਦੇ ਵਿੱਚ ਦੇਖੋ, ਕੋਈ ਵੇਲਾ ਸੀਗਾ ਜਦੋਂ ਲੋਕ ਕੁਰਬਾਨੀ ਦੀ ਪੂਜਾ ਕਰਦੇ ਸੀ, ਜਦੋਂ ਸਾਡੇ ਲੀਡਰ ਕਹਿੰਦੇ ਸੀ ਕੁਰਬਾਨੀ ਇੱਕ ਵੱਡੀ ਗੱਲ ਆ, ਪੈਸੇ ਬਹੁਤ ਛੋਟੀ ਗੱਲ ਆ। ਲੋਕਾਂ ਨੇ ਕੁਰਬਾਨੀ ਦੀ ਪੂਜਾ ਕਰਨੀ ਸ਼ੁਰੂ ਕਰਤੀ। ਲੋਕ ਕੁਰਬਾਨੀ ਵਾਲਿਆਂ ਨੂੰ ਚੰਗਾ ਸਮਝਦੇ ਸੀ, ਜੇਲ੍ਹਾਂ ਵਾਲਿਆਂ ਨੂੰ ਚੰਗਾ ਸਮਝਦੇ ਸੀ। ਹੁਣ ਇੱਕ ਐਸਾ ਸਮਾਂ ਆਇਆ ਹੈ ਕਿ ਜਦੋਂ ਲੋਕਾਂ ਦੇ ਵਿੱਚ ਇੱਕ ਰੁਝਾਨ ਪੈਦਾ ਕੀਤਾ ਗਿਆ ਕਿ ਪੈਸਾ ਹੀ ਸਭ ਕੁਝ ਹੈ। ਲੋਕ ਪੈਸੇ ਮਗਰ ਭੱਜ ਗਏ ਆ। ਅੱਜ ਪੰਜਾਬ ਦਾ ਜਿਹੜਾ ਕਲਚਰ ਆ, ਪੰਜਾਬ ਦਾ ਜਿਹੜਾ ਜੋ ਦੇਖਿਆ, ਉਹ ਸਾਰੀ ਪੈਸੇ ਕਰਕੇ ਵਿਗੜ ਗਈ ਹੈ। ਉਹ ਲੋਕ, ਜਿਹੜੇ ਵੀ ਲੀਡਰ, ਜਿਹੜੇ ਅਕਾਲੀ ਦਲ ਇੱਕ ਪਹਿਰੇਦਾਰ ਜਮਾਤ ਸੀ, ਜਿਹੜੀ ਕੁਰਬਾਨੀ ਦੀ ਕਦਰ ਕਰਦਾ ਹੁੰਦਾ ਸੀ, ਜੇ ਟਿਕਟ ਵੀ ਕਿਸੇ ਨੂੰ ਦੇਣੀ ਹੁੰਦੀ ਸੀ, ਕਹਿੰਦੇ ਹੁੰਦੇ ਸੀ ਯਾਰ ਨਹੀਂ, ਕੁਰਬਾਨੀ ਵਾਲੇ ਨੂੰ ਟਿਕਟ ਦੇਣੀ ਹੈ। ਉਹ ਉਸ ਅਕਾਲੀ ਦਲ ਦੇ ਵਿੱਚ ਅੱਜ ਉਹਦੀ ਸਰਕਾਰ ਬਣੀ ਹੈ। ਇੱਥੇ ਲੋਕਾਂ ਨੂੰ ਪੈਸੇ ਦੀ ਦੌੜ ਸਾਰੇ ਲੱਗ ਗਏ, ਔਰ ਉਸ ਪੈਸੇ ਦੀ ਦੌੜ ਨੇ ਐਸਾ ਮਾਹੌਲ ਸਾਡਾ ਵਿਗਾੜਤਾ ਭਾਈ ਸਾਹਿਬ ਕਿ ਪੰਜਾਬ ਦਾ ਨੌਜਵਾਨ ਜਿਹੜਾ ਕੁਰਬਾਨੀ ਕਰਨ ਵਾਸਤੇ, ਅਸੀਂ ਆ ਇੰਦਰਜੀਤ ਸਿੰਘ ਤੁਹਾਡੇ ਕੋਲ ਬੈਠੇ ਨੇ ਭਾਈ ਸਾਹਿਬ, ਸਾਡੇ ਵੀਰ ਨੇ, ਜਿਹੜੇ ਘਰ-ਬਾਰ ਛੱਡ ਕੇ ਭੱਜ ਤੁਰਦੇ ਹੁੰਦੇ ਸੀਗੇ, ਅੱਜ ਉਹ ਸਾਰੇ ਨਸ਼ੇ ਦੇ ਦੌੜ 'ਚ ਲੱਗੇ ਆ ਜੀ। ਤੇ ਇਹ ਸਾਰੇ ਮਾਹੌਲ ਲੋਕ ਵਿਗਾੜਦੇ ਨੇ। ਪੰਜਾਬ ਦੀ ਜਨਤਾ ਦਾ ਕੋਈ ਕਸੂਰ ਨਹੀਂ। ਜਿਹੜੇ ਦੁਨੀਆ ਭਰ ਵਿੱਚ ਸਿੱਖ ਵਸਦੇ ਨੇ, ਪੰਜਾਬੀ ਵਸਦੇ ਆ, ਉਹਨਾਂ ਦੇ ਮਨ ਵਿੱਚ ਵੀ ਤੜਫ ਆ ਕਿ ਅਸੀਂ ਕਿਸੇ ਕੋਈ ਨਾ ਕੋਈ ਯੋਗਦਾਨ ਪਾਈਏ। ਗੱਲ ਤੇ ਕੋਈ ਲੀਡਰ ਚੰਗਾ, ਕੋਈ ਮਰਦ ਗੰਬੜਾ ਉੱਠੇ ਜਿਹੜਾ ਸਾਰੀ ਕੌਮ ਨੂੰ ਇਕੱਠਿਆ ਕਰੇ। ਕੌਮ ਹਰ ਵੇਲੇ ਇਕੱਠੀ ਹੋਣ ਨੂੰ ਤਿਆਰ ਹੈ, ਕੋਈ ਫਰਕ ਵਾਲੀ ਗੱਲ ਨਹੀਂ। ਗੱਲ ਤੇ ਸਿਰਫ ਤੇ ਲੀਡਰਸ਼ਿਪ ਤੇ ਅਗਵਾਈ ਦੇਣ ਦੀ ਲੋੜ ਹੈ। ਜੋ ਜੀ ਸੋਚ ਆਪਾਂ ਦਿਆਂਗੇ, ਲੋਕ ਰੈਸੀਪਰੋਕੇਟ ਕਰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ। ਸਰਦਾਰ ਗਿੱਲ ਜੀ, ਆਪਾਂ ਆਮ ਜਨਤਾ ਦੀ, ਆਮ ਲੋਕਾਂ ਦੀ, ਆਮ ਸਿੱਖ ਦੀ ਗੱਲ ਨਹੀਂ ਕਰ ਰਹੇ। ਜਿਹੜੇ ਜਥੇਬੰਦੀਆਂ ਨੂੰ ਚਲਾਉਣ ਵਾਲੇ ਆਗੂ ਜਾਂ ਗਰੁੱਪ ਆ, ਉਹਨਾਂ ਦੇ ਲੀਡਰਾਂ ਦੀ ਜਿਹੜੀ ਆਪਸੀ ਫੁੱਟ ਆ, ਉਹ ਕੁਝ ਘਟੀ ਆ, ਅਸੀਂ ਗੱਲ ਉਹਦੀ ਕਰ ਰਹੇ ਹਾਂ ਜੀ। ਦੇਖੋ, ਫੁੱਟ ਦਾ ਜਿਹੜਾ ਹੈਗਾ ਨਾ ਜੀ, ਫੁੱਟ ਤਾਂ ਸਦਾ ਹੀ ਰਹਿੰਦੀ ਆ। ਹਰ ਰੈਂਕ ਐਂਡ ਫਾਈਲ ਦੇ ਵਿੱਚ ਫੁੱਟ ਹੁੰਦੀ ਆ। ਫੁੱਟ ਤਾਂ ਘਟ ਹੀ ਨਹੀਂ ਸਕਦੀ। ਫੁੱਟ ਤਾਂ ਤੁਸੀਂ ਬਾਹਰ, ਤੁਸੀਂ ਟੋਰਾਂਟੋ 'ਚ ਬੈਠੇ ਹੋ, ਕਿਸੇ ਗੁਰਦੁਆਰੇ 'ਚ ਦੇਖ ਲਓ, ਫੁੱਟ ਤਾਂ ਉੱਥੇ ਵੀ ਹੈਗੀ ਹੈ। ਇਸ ਲੈਵਲ ਤੇ ਫੁੱਟ ਹੈ ਨਹੀਂ ਗੀ ਜੀ। ਆਪਾਂ ਕਹਿੰਦੇ ਧਾਰਮਿਕ ਤੌਰ ਤੇ ਕੋਈ ਲਾਲਸਾ ਨਹੀਂ ਹੁੰਦੀ, ਧਾਰਮਿਕ ਜਿਹੜੇ ਸਥਾਨਾਂ ਤੇ ਵੀ ਫੁੱਟ ਆ ਜੀ। ਤੇ ਹੁਣ ਆਪਾਂ ਜੋ ਸਾਡੇ ਪੰਜਾਬ ਦੇ ਧਾਰਮਿਕ ਸਥਾਨਾਂ ਦਾ ਤੁਸੀਂ ਮਾਹੌਲ ਵੇਖਦੇ ਹੋ, ਇਹ ਆ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਰਿਮੂਵ ਕੀਤਾ ਗਿਆ, ਤੇ ਕਈਆਂ ਨੇ ਉਹਨੂੰ ਚੰਗਾ ਕਿਹਾ, ਜਿਹੜੇ ਐਸਜੀਪੀਸੀ ਨਾਲ ਸੰਬੰਧਿਤ ਨੇ, ਤੇ ਜਿਹੜੇ ਨਹੀਂ ਸੰਬੰਧਿਤ ਉਹਨਾਂ ਨੇ ਇਸ ਕਦਮ ਨੂੰ ਬਹੁਤ ਗਲਤ ਕਿਹਾ ਵੀ ਇਸ ਤਰ੍ਹਾਂ ਕਿਸੇ ਵੀ ਸਿੰਘ ਸਾਹਿਬ ਨੂੰ ਹਟਾਉਣਾ ਨਹੀਂ ਚਾਹੀਦਾ। ਕਿਉਂਕਿ ਜਿਹੜਾ ਉਹ ਇਹੋ ਜਿਹੇ ਇਸ਼ੂ ਵਿੱਚ ਇਨਵੋਲਵ ਸੀ ਕਿ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਕਰਦਾ ਸੀ। ਹੁਣ ਇਹ ਲੋਕਾਂ ਨੂੰ ਇਹ ਇੱਕ ਚਰਚਾ ਦਾ ਵਿਸ਼ਾ ਬਣੀ ਹੈ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਮੰਨਣਾ ਕਿ ਵਿਕਰਮ ਸ਼ਾਹੀ ਕੈਲੰਡਰ ਮੰਨਣਾ। ਔਰ ਇਹ ਜਿਹੜੀ ਕੰਟਰੋਵਰਸੀ ਹੈ ਸਿੱਖ ਕੌਮ ਵਾਸਤੇ, ਜੌਲ ਸਾਹਿਬ, ਬੜੀ ਨੁਕਸਾਨਦੇਹ ਆ। ਅਸੀਂ ਬੀਇੰਗ ਸਿੱਖ ਜਦੋਂ ਸੋਚਦੇ ਆ ਕਿ ਆ ਜਦੋਂ ਪਿੱਛੇ ਜੇ ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਆ, ਤੇ 28 ਤਰੀਕ ਨੂੰ, 28 ਦਸੰਬਰ ਨੂੰ ਸ਼ਹੀਦੀ ਦਿਹਾੜਾ ਵੀ ਮਨਾਇਆ, ਤੇ 28 ਦਸੰਬਰ ਨੂੰ ਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਤੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਵੀ ਮਨਾਇਆ। ਹੁਣ 28 ਦਸੰਬਰ ਦਾ ਦਿਨ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੁੰਦਾ ਹੈ, ਇੱਕ ਬੜਾ ਗਮਗੀਨ ਮਾਹੌਲ ਸਾਰੇ ਸਾਡੇ ਪੰਜਾਬ ਦੇ ਵਿੱਚ, ਖਾਸ ਕਰਕੇ ਫਤਿਹਗੜ੍ਹ ਸਾਹਿਬ ਪਟਿਆਲੇ ਦੇ ਏਰੀਏ ਵਿੱਚ ਲੋਕ ਤਾਂ ਉਹਨਾਂ ਦਿਨਾਂ ਵਿੱਚ ਵਿਆਹ ਸ਼ਾਦੀਆਂ ਨਹੀਂ ਕਰਦੇ। ਇੱਥੇ ਨਗਰ ਕੀਰਤਨ ਵਿੱਚ ਫੁੱਲਝੜੀਆਂ ਚਲਾਉਂਦੇ ਫਿਰਦੀ ਸੀ ਦੁਨੀਆ। ਸੋ ਇੱਕ ਇਸ਼ੂ ਸੀ ਜਿਹਦੇ ਤੇ ਡਿਬੇਟ ਕਰਨ ਦੀ ਲੋੜ ਸੀ, ਜਿਹਦਾ ਕੋਈ ਹੱਲ ਕੱਢਣ ਦੀ ਲੋੜ ਸੀ। ਸਰਦਾਰ ਪਾਲ ਸਿੰਘ ਪੁਰੇਵਾਲ ਨੇ ਇੱਕ ਬੜਾ ਵਧੀਆ ਕੈਲੰਡਰ ਦੁਨੀਆ ਨੂੰ ਦਿੱਤਾ ਸੀ, ਔਰ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ, ਜਿਹਦੇ ਮੁਤਾਬਕ ਪੰਜਾਬ ਸਰਕਾਰ ਨੇ ਛੁੱਟੀਆਂ ਪ੍ਰਵਾਨ ਕਰਦੀਆਂ ਸੀ। ਪਤਾ ਨਹੀਂ ਕਿੰਨਾ ਹਾਲਾਤਾਂ ਦੇ ਵਿੱਚ ਉਹ ਕੈਲੰਡਰ ਚੇਂਜ ਕਰ ਦਿੱਤਾ ਗਿਆ, ਔਰ ਉਹ ਕੈਲੰਡਰ ਚੇਂਜ ਕਰਨ ਦੇ ਨਾਲ ਇਹ ਸਾਰੀ ਕੰਟਰੋਵਰਸੀ ਖੜੀ ਹੋਈ ਆ।
ਹੈ। ਚੰਗਾ ਹੁੰਦਾ ਜੇ ਇਸ ਕੰਟਰੋਵਰਸੀ ਨੂੰ ਹੱਲ ਕੀਤਾ ਜਾਂਦਾ। ਤੇ ਭਾਈ ਬਲਵੰਤ ਸਿੰਘ ਨੰਦਗੜ੍ਹ ਦੀ ਜੋ ਬਰਤਰਫੀ ਕੀਤੀ ਗਈ ਹੈ, ਇਹਦੀ ਬਜਾਏ ਜੇ ਉਹ ਜਿਹੜੇ ਉਹਨਾਂ ਦੇ ਇਸ਼ੂ ਸੀਗੇ, ਇਸ਼ੂ ਬੜੇ ਜਾਇਜ਼ ਸੀ, ਜੇ ਉਹਨਾਂ ਇਸ਼ੂਜ਼ ਨੂੰ ਚੰਗੇ ਕਿਤੇ ਤਰੀਕੇ ਦੇ ਨਾਲ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬੈਠ ਕੇ ਬੜੀ ਸੰਜੀਦਗੀ ਦੇ ਨਾਲ ਲੋਕਾਂ ਦੀ ਰਾਏ ਕਰਕੇ ਹੱਲ ਕੀਤਾ ਹੁੰਦਾ ਨਾ ਜੀ, ਅੱਜ ਹਾਲਾਤ ਹੋਰ ਹੋਣੇ ਸੀ। ਕਾਹਲੀ ਦੇ ਵਿੱਚ ਠੀਕ ਹੈ, ਇਹਨਾਂ ਕੋਲੇ ਬੜੀ ਵੱਡੀ ਤਾਕਤ ਹੈ, ਜਿਹਨੂੰ ਮਰਜ਼ੀ ਰਿਮੂਵ ਕਰ ਸਕਦੇ, ਜਿਹਨੂੰ ਮਰਜ਼ੀ ਲਾ ਸਕਦੇ ਆ, ਪਰ ਅੱਜ ਸਮੇਂ ਦੀ ਲੋੜ ਹੈ ਕਿ ਲੋਕ ਕਲੈਰਿਟੀ ਚਾਹੁੰਦੇ ਆ। ਦੁਨੀਆ ਭਰ ਵਿੱਚ ਵਸਦੇ ਲੋਕ ਚਾਹੁੰਦੇ ਆ ਕਿ ਸਾਡਾ ਘੱਟੋ ਘੱਟ ਕੋਈ ਕੈਲੰਡਰ, ਕੋਈ ਗੱਲ, ਕੋਈ ਸਾਡੀ ਸਾਫ਼ ਹੋਵੇ ਨਾ। ਅਸੀਂ ਕਹਿੰਦੇ 25 ਧਾਰਾ ਜਿਹੜੀ ਹੈ ਜੀ ਇਹ ਖਤਮ ਹੋਣੀ ਚਾਹੀਦੀ ਹੈ। 25 ਧਾਰਾ ਜਿਹੜੀ B ਕਲਾਸ ਹੈ ਸਾਡੀ ਕਨਸਟੀਟਿਊਸ਼ਨ ਦੇ ਵਿੱਚ, ਅਸੀਂ ਦੀ ਮੰਗ ਕਰਦੇ ਹਾਂ ਕਿ ਜਿਹਦੇ ਮੁਤਾਬਕ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਿੱਖ, ਜੈਨੀ, ਬੋਧੀ ਇਹ ਹਿੰਦੂ ਸਮਾਜ ਦਾ ਹਿੱਸਾ ਹੈ। ਔਰ ਬਾਦਲ ਸਾਹਿਬ ਨੇ 1982 ਦੇ ਵਿੱਚ ਇਸ ਧਾਰਾ ਨੂੰ ਸਾੜਿਆ ਸੀ। ਅੱਜ ਉਸ ਗੱਲ ਨੂੰ 32 ਸਾਲ ਹੋ ਗਏ ਨੇ ਤੇ ਆਪਾਂ ਕਈ ਵਾਰੀ ਆਮ ਤੌਰ ਤੇ ਮੰਗ ਕਰਦੇ ਹਾਂ। ਲੋਕ ਇਹ ਸੋਚਦੇ ਨੇ ਵੀ ਕੀ ਅਸੀਂ ਵਾਕਈ ਸਿੰਸੀਅਰ ਹੈ ਕਿ ਇਹ ਧਾਰਾ ਖਤਮ ਹੋਵੇ। ਜਦੋਂ ਅਸੀਂ ਉਸ ਹਾਲੇ ਉਹ ਕੈਲੰਡਰਾਂ ਦੇ ਵਿਵਾਦ ਵਿੱਚ ਫਸੇ ਫਿਰਦੇ ਹਾਂ ਤੇ ਫਿਰ ਅਸੀਂ ਆਇਡੈਂਟੀਟੀ ਦੀ ਗੱਲ ਕਿਵੇਂ ਕਰ ਸਕਦੇ ਹਾਂ? ਕੀ ਅਸੀਂ ਆਇਡੈਂਟੀਟੀ ਨੂੰ ਕ੍ਰਸ਼ ਕਰਨਾ ਚਾਹੁੰਦੇ ਹਾਂ ਕਿ ਆਇਡੈਂਟੀਟੀ ਨੂੰ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ, ਪ੍ਰਤੱਖ ਕਰਨਾ ਚਾਹੁੰਦੇ ਹਾਂ? ਭਾਈ ਆਨੰਦਗੜ੍ਹ ਦੀ ਜਿਹੜੀ ਬਰਤਰਫੀ ਹੈਗੀ ਹੈ ਕਿ ਕੀ ਇਹ ਉਸ ਆਇਡੈਂਟੀਟੀ ਵਾਸਤੇ 25 ਧਾਰਾ, ਇਹ ਸਾਰੇ ਪਰਪੇਗ ਦੇ ਵਿੱਚ ਸੋਚਿਆ ਜਾਵੇ ਨਾ। ਸਾਡੀ ਜਿਹੜੀ ਸਿੱਖ ਲੀਡਰਸ਼ਿਪ ਹੈ ਹਾਲੇ ਕਲੀਅਰ ਹੀ ਨਹੀਂ ਕਿ ਅਸੀਂ 25 ਧਾਰਾ ਨੂੰ ਸਕ੍ਰੈਪ ਕਰਾਉਣਾ ਚਾਹੁੰਦੇ ਹਾਂ ਕਿ 25 ਧਾਰਾ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਇਹ ਬੜੇ ਵੱਡੇ ਇਸ਼ੂਜ਼ ਨੇ ਭਾਈ ਸਾਹਿਬ। ਜੌਲ ਸਾਹਿਬ, ਤੁਸੀਂ ਕਿਸੇ ਵੀ ਇਸ਼ੂ ਤੇ ਆਪਾਂ ਕੋਈ ਡਿਬੇਟ ਸ਼ੁਰੂ ਕਰ ਦਈਏ ਨਾ, ਦੁਨੀਆ ਭਰ ਦੇ ਲੋਕਾਂ ਦੇ, ਖਾਸ ਕਰਕੇ ਪੰਜਾਬੀਆਂ ਦੇ, ਸਿੱਖਾਂ ਦੇ ਕੰਨ ਖੜੇ ਹੋ ਜਾਂਦੇ ਆ ਕਿ ਯਾਰ ਸਾਨੂੰ ਆਫਟਰ ਆਲ ਜਿਹੜੀ ਸਿਹਤ ਅਸੀਂ ਲੈਣੀ ਹੈ ਤੇ ਕਿੱਥੋਂ ਲੈਣੀ ਹੈ? ਜੇ ਸਿਹਤ ਲੈਣ ਵਾਸਤੇ ਸਭ ਤੋਂ ਵੱਡੇ ਕੇਂਦਰ ਵੱਲ ਆਪਾਂ ਝਾਤੀ ਮਾਰਦੇ ਹਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਹਤ ਲੈਣੀ ਹੈ, ਤੇ ਜਦੋਂ ਉਧਰ ਨੂੰ ਝਾਕਦੇ ਆ ਤੇ ਉੱਥੇ ਵੀ ਕਈ ਵਾਰੀ ਸਾਨੂੰ ਨਿਰਾਸ਼ਤਾ ਹੁੰਦੀ ਹੈ। ਤੇ ਸਾਨੂੰ ਤਾਂ ਕਈ ਵਾਰੀ, ਚਲੋ ਅਸੀਂ ਅੱਜ ਕਿਸੇ ਹਾਲਾਤਾਂ ਵਿੱਚ ਅਸੀਂ ਕਾਂਗਰਸ ਪਾਰਟੀ ਵਿੱਚ ਗਏ ਆ, ਸਾਨੂੰ ਤਾਂ ਇਹ ਸਿੱਖ ਨਹੀਂ ਮੰਨਦੇ ਜਾਂ ਕੋਈ ਗੱਲ ਹੈ, ਅਸੀਂ ਤਾਂ ਖੈਰ ਪਰਮਾਤਮਾ ਜਾਣਦਾ, ਅਸੀਂ ਆਪਣਾ ਜੋ ਵੀ ਹੈ ਕਰਤੱਵ ਆਪਣਾ ਪਾਲਦੇ ਆ। ਬਟ ਜਿਹੜੇ ਆਮ ਲੋਕ ਜੁੜੇ ਨੇ, ਦੇਖੋ ਸਾਡੀ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਆਸਥਾ, ਅਸੀਂ ਵਿਸ਼ਵਾਸ ਹੈ, ਰੱਬ ਜਿੰਨਾ ਵਿਸ਼ਵਾਸ ਕਰਦੇ ਆ, ਪਰ ਲੋਕ ਇਹ ਚਾਹੁੰਦੇ ਆ ਵੀ ਉੱਥੋਂ ਤਾਂ ਕੋਈ ਸੱਚੀ ਆਵਾਜ਼ ਆਵੇ, ਸੱਚੀ ਆਵਾਜ਼ ਹੋਣੀ ਚਾਹੀਦੀ ਹੈ। ਸੋ ਇਹ ਸਾਰੇ ਹਾਲਾਤ ਨੇ ਜੌਲ ਸਾਹਿਬ, ਬੜੇ ਵੱਡੀਆਂ ਡਿਬੇਟਾਂ ਚਾਹੀਦੀਆਂ ਨੇ, ਬੜੇ ਵੱਡੇ ਪਲੇਟਫਾਰਮ ਤੇ ਗੱਲਾਂ ਹੋਣੀਆਂ ਚਾਹੀਦੀਆਂ। ਪਰ ਸਿੱਖ ਤਾਂ ਭਾਜੀ ਕੋਈ ਨਾ ਕੋਈ, ਜਿਹੜਾ ਕੋਈ ਸੰਜੀਦਗੀ ਦੇ ਨਾਲ ਕੋਈ ਕਦਮ ਉਠਾਵੇ, ਆਵਾਜ਼ ਉਠਾਵੇ, ਲੋਕ ਤਾਂ ਭਾਜੀ ਭੱਜ ਕੇ ਉਹਦੇ ਮਗਰ ਤੁਰ ਪੈਂਦੇ ਆ। ਲੋਕ ਸਿਰਫ ਟਰਸਟ ਤੇ ਵਿਸ਼ਵਾਸ ਚਾਹੁੰਦੇ ਵੀ ਜਿਹੜਾ ਬੰਦਾ ਕੋਈ ਗੱਲ ਕਰਦਾ ਉਹ ਸੱਚੀ ਗੱਲ ਜ਼ਰੂਰ ਕਰੇ, ਤੇ ਜਦੋਂ ਵਿਸ਼ਵਾਸ ਹੋ ਜਾਂਦਾ ਤੇ ਫਿਰ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ, ਲੋਕ ਨਿਕਲ ਪੈਂਦੇ ਨੇ ਘਰਾਂ ਦੇ ਵਿੱਚੋਂ। ਤੇ ਉਹ ਗੱਲ ਜਿਹੜਾ ਉਹ ਪੰਜਾਬ ਦੇ ਵਿੱਚ ਇਹ ਖਾਸੀਅਤ ਆ ਪੰਜਾਬ ਦੀ, ਜਿੱਧਰ ਨੂੰ ਵੀ ਪੰਜਾਬ ਤੁਰਦਾ ਤੁਰ ਪੈਂਦਾ ਪੂਰੇ ਹੱਲੇ ਦੇ ਨਾਲ। ਸੋ ਅੱਜ ਹਾਲਾਤ ਤੁਹਾਡੇ ਸਾਹਮਣੇ ਆ, ਕੋਈ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਜੀ। ਅਸੀਂ ਇਸ ਪਹਿਲੂ ਤੇ ਤੁਹਾਡੇ ਜ਼ਰੂਰ ਵਿਚਾਰ ਜਾਣਨਾ ਚਾਹੁੰਦੇ ਸਾਡੇ ਦਰਸ਼ਕਾਂ ਤੇ ਸਰੋਤਿਆਂ ਦੇ ਲਈ ਕਿ ਭਈ ਉਮਰ ਕੈਦੀ ਦਾ ਉਹਦੀ ਸਜ਼ਾ ਕਦੀ ਖਤਮ ਨਹੀਂ ਹੁੰਦੀ ਜਿੰਨਾ ਚਿਰ ਉਹਦੀ ਉਮਰ ਖਤਮ ਨਹੀਂ ਹੁੰਦੀ। ਹਾਂਜੀ, ਸੋ ਆਪਾਂ ਉਮਰ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸੀ, ਅਗੇਤੀ ਰਿਹਾਈ ਦੀ ਮੰਗ ਕਰ ਰਹੇ ਹਾਂ ਕਿ ਜਾਂ ਪੈਰੋਲ ਦੀ ਮੰਗ ਕਰ ਰਹੇ ਹਾਂ? ਸੋ ਥੋੜਾ ਜਿਹਾ ਲੋਕਾਂ ਨੂੰ ਕਈ ਕ੍ਰਿਟਿਕਸ ਇਹ ਕਹਿੰਦੇ ਆ ਵੀ ਉਮਰ ਕੈਦੀ ਦੀ ਤਾਂ ਜੇ ਕੈਦ ਕਦੀ ਖਤਮ ਹੀ ਨਹੀਂ ਹੁੰਦੀ ਤਾਂ ਉਹਦੀ ਰਿਹਾਈ ਕਾਦੀ? ਇਹਦੇ ਬਾਰੇ ਦੱਸ ਦਿਓ। ਨਹੀਂ ਜੌਲ ਸਾਹਿਬ, ਦੇਖੋ ਇਹਦੇ ਵਿੱਚ ਫਰਕ ਹੈ ਜੀ। ਹੁਣ ਜਿਹੜੀਆਂ ਕੁਝ ਅਦਾਲਤਾਂ ਨੇ ਫੈਸਲੇ ਕਰਨੇ, ਜਿਹੜੇ ਹੀਨੀਅਸ ਕ੍ਰਾਈਮਸ ਨੇ, ਜਿਹੜੇ ਰੇਅਰੈਸਟ ਆਫ ਦੀ ਰੇਅਰ ਕ੍ਰਾਈਮ ਨੇ, ਉਹਨਾਂ ਵਿੱਚ ਕਈ ਅਦਾਲਤਾਂ ਨੇ ਫੈਸਲੇ ਕੀਤੇ ਆ ਵੀ ਫਲਾਣੇ ਕੈਦੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ, ਟਿਲ ਡੈਥ ਉਹ ਬੰਦਾ ਜੇਲ੍ਹ ਦੇ ਵਿੱਚ ਰਹੂਗਾ। ਬਟ ਜਿਹੜੇ ਪਹਿਲਾਂ ਕੇਸ ਡਿਸਾਈਡ ਹੋਏ ਨੇ, ਅਦਾਲਤਾਂ ਨੇ ਕੀਤੇ ਨੇ, ਉਹਦੇ ਵਿੱਚ ਟਿਲ ਡੈਥ ਵਾਲੀ ਗੱਲ ਨਹੀਂ ਕਹੀ ਗਈ। ਉਮਰ ਕੈਦ ਨੂੰ ਇਹ ਸਮਝਿਆ ਜਾਂਦਾ ਸੀ ਕਿ ਕਈ ਸਟੇਟਾਂ ਉਹਨਾਂ ਨੂੰ 10 ਸਾਲਾਂ ਬਾਅਦ ਰਿਹਾ ਕਰਦੀਆਂ ਸੀ, ਕਈ ਸਟੇਟਾਂ 12 ਸਾਲ ਬਾਅਦ ਰਿਹਾ ਕਰਦਾ ਸੀ, ਡਿਪੈਂਡਿੰਗ ਔਨ ਦੀ ਕ੍ਰਾਈਮ ਕਈ 14 ਸਾਲ ਬਾਅਦ ਵੀ ਰਿਹਾ ਕੀਤਾ ਜਾਂਦਾ ਸੀ। ਜਿਹੜੇ NDPS ਐਕਟ ਦੇ ਤਹਿਤ ਜਿਹੜੇ ਨਸ਼ਿਆਂ ਦੇ ਕੇਸਾਂ ਵਿੱਚ ਹੁੰਦੇ ਸੀ, ਉਹਨੂੰ ਕਹਿੰਦੇ ਸੀ ਵੀ 14 ਸਾਲ ਬਾਅਦ ਇਹਨਾਂ ਦੀ ਰਿਹਾਈ ਦੇ ਕਾਗਜ਼ ਤੋਰੇ ਜਾਣਗੇ। ਦੇਖੋ ਇਹ ਡਿਫਰੈਂਟ ਸਟੇਟਾਂ ਦੇ ਵਿੱਚ ਡਿਫਰੈਂਟ ਵਿਊਜ਼ ਨੇ, ਆਪੋ ਆਪਣਾ ਜੇਲ੍ਹ ਮੈਨੂਅਲ ਬਣਿਆ ਹੈ। ਪੰਜਾਬ ਦੇ ਵਿੱਚ ਇਹ ਗੱਲ ਸਮਝੀ ਜਾਂਦੀ ਸੀ, ਅੱਜ ਤੱਕ ਹਜ਼ਾਰਾਂ ਹੀ, ਮੈਂ ਕਹਿੰਦਾ ਹਜ਼ਾਰਾਂ ਨਹੀਂ ਲੱਖਾਂ ਕੈਦੀਆਂ ਨੂੰ ਛੱਡਿਆ ਗਿਆ ਜਿਹੜੇ ਆਪਣੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ ਔਰ ਜਿਨ੍ਹਾਂ ਨੂੰ ਸਰਕਾਰ ਨੇ ਆਪਣਾ ਨਕਸ਼ਾ ਤੋਰਿਆ, ਉਹਨਾਂ ਨੂੰ ਅਗੇਤੀ ਰਿਹਾਈ ਕਹਿ ਲਈਏ। ਬਟ ਇੱਕ ਆਮ ਪਰੰਪਰਾ ਚੱਲੀ ਸੀ ਵੀ 10 ਸਾਲਾਂ ਬਾਅਦ ਜਾਂ 12 ਸਾਲਾਂ ਬਾਅਦ ਬੰਦੇ ਨੂੰ ਛੱਡ ਦਿੱਤਾ ਜਾਂਦਾ ਸੀ। ਹੁਣ ਪਿਛਲੇ ਜੇ ਸਮੇਂ ਦੇ ਦੌਰਾਨ 2-4 ਕੇਸ ਇਹੋ ਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਉਮਰ ਕੈਦ ਕੀਤੀ ਗਈ, ਬਟ ਉਹਨਾਂ ਨੂੰ ਟਿਲ ਡੈਥ ਉਹਨਾਂ ਨੂੰ ਕਿਹਾ ਜੇਲ੍ਹ ਚੋਂ ਰਿਹਾ ਨਹੀਂ ਕਰਨਾ। ਭਾਈ ਗੁਰਬਖਸ਼ ਸਿੰਘ ਨੇ ਉਹਨਾਂ ਬੰਦਿਆਂ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਜਿਨ੍ਹਾਂ ਨੂੰ ਟਿਲ ਡੈਥ ਸਜ਼ਾ ਦਿੱਤੀ ਗਈ ਹੈ। ਉਹਨਾਂ ਨੇ ਸਿਰਫ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਨਾਰਮਲ ਜੱਜਾਂ ਨੇ ਉਮਰ ਕੈਦ ਤਾਂ ਕਹਿ ਦਿੱਤਾ ਸੀਗਾ,
ਬਟ ਉਹ ਸਪੈਸੀਫਾਈ ਨਹੀਂ ਸੀ ਕੀਤਾ। ਆਮ ਤੌਰ ਤੇ ਜੋ ਪੰਜਾਬ ਵਿੱਚ ਪ੍ਰਵਿਰਤੀ ਚੱਲੀ ਆਉਂਦੀ ਹੈ ਉਹਦੇ ਵਿੱਚ 10-12 ਸਾਲਾਂ ਬਾਅਦ ਉਹਨਾਂ ਲੋਕਾਂ ਦੀ ਰਿਹਾਈ ਦੇ ਕਾਗਜ਼ ਤੋਰੇ ਜਾਂਦੇ ਸੀ, ਉਹਨਾਂ ਨੂੰ ਰਿਹਾ ਕੀਤਾ ਜਾਂਦਾ ਸੀ। ਤੇ ਲੋਕ ਇਹ ਪੁੱਛਦੇ ਨੇ, ਜੇ ਗੁਰਮੀਤ ਸਿੰਘ ਪਿੰਕੀ ਜੀ ਨੇ ਬੜਾ ਹੀਨੀਅਸ ਕ੍ਰਾਈਮ ਕੀਤਾ ਸੀ, 21 ਸਾਲ ਦੇ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ, ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਜੇ ਪੰਜਾਬ ਸਰਕਾਰ ਅਜਿਹੇ ਬੰਦਿਆਂ ਨੂੰ ਆਪਣੀ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਪ੍ਰੀ ਮੈਚੁਰ ਰਿਹਾ ਕਰ ਸਕਦੀ ਹੈ, ਤੇ ਬਾਕੀਆਂ ਨੂੰ 10 ਸਾਲਾਂ ਬਾਅਦ ਜਾਂ 12 ਸਾਲਾਂ ਬਾਅਦ ਰਿਹਾ ਕਰਨ ਦਾ ਕੀ ਫਰਕ ਪੈਂਦਾ? ਔਰ ਕਈ ਇਹੋ ਜਿਹੇ ਕੇਸ ਜੌਲ ਸਾਹਿਬ ਹੈਗੇ ਨੇ, ਕਈ 15-15 20 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਨੇ, ਕਈ ਆਪਣੀ ਉਮਰ ਵਿਹਾ ਚੁੱਕੇ ਨੇ, ਕਈਆਂ ਦੀ ਨਿਗਾਹ ਖਰਾਬ ਹੋ ਚੁੱਕੀ ਹੈ, ਬਟ ਉਹਨਾਂ ਦੇ ਕੇਸ ਡਿਸਾਈਡ ਨਹੀਂ ਹੋਏ ਔਰ ਉਹਨਾਂ ਦੇ ਇਹੋ ਜਿਹੀ ਲੈਂਥੀ ਪ੍ਰੋਸੈਸ ਸਾਡਾ ਹੈਗਾ ਉਹਨਾਂ ਦਾ ਨਹੀਂ ਕੀਤਾ ਗਿਆ। ਇਹੋ ਜਿਹੇ ਕੇਸਾਂ ਨੂੰ ਸਰਕਾਰ ਨੂੰ ਹਿਊਮੈਨਿਟੇਰੀਅਨ ਗਰਾਊਂਡ ਤੇ ਸੋਚਣਾ ਚਾਹੀਦਾ ਵੀ ਕੀ ਅਲਟੀਮੇਟਲੀ ਜੇ ਕੋਈ ਆਪਾਂ ਟਿਲ ਡੈਥ ਆਪਾਂ ਕਿਸੇ ਨੂੰ ਉਮਰ ਕਹਿ ਦਿੰਦੇ ਆ, ਉਹਦੀ ਪਰਿਭਾਸ਼ਾ ਕਾਨੂੰਨ ਦੀ ਕੀ ਹੋਣੀ ਚਾਹੀਦੀ, ਕਿਹੋ ਜਿਹੇ ਕੇਸਾਂ ਵਿੱਚ ਆਪਾਂ ਦੇ ਸਕਦੇ ਆ। ਕਈਆਂ ਨੂੰ ਆਪਾਂ ਫਾਂਸੀ ਦੀ ਸਜ਼ਾ ਅਦਾਲਤਾਂ ਦਿੰਦੀਆਂ, ਉਹ ਵੀ ਡਿਸਾਈਡ ਤਾਂ ਕਰਦੀਆਂ ਕਿ ਕੀ ਜਿਹੜਾ ਇਹਦਾ ਐਕਟ ਹੈਗਾ, ਕ੍ਰਾਈਮ ਹੈਗਾ, ਇਹ ਰੇਅਰੈਸਟ ਆਫ ਦੀ ਰੇਅਰ ਕ੍ਰਾਈਮ ਹੈ ਕਿ ਇਹ ਆਮ ਕ੍ਰਾਈਮ ਹੈ। ਹਰ ਕ੍ਰਾਈਮ ਦੇ ਵਿੱਚ ਬੰਦੇ ਕਈ ਵਾਰੀ ਜੀ ਸਰਦਾਰ ਗਿੱਲ ਜੀ, ਹੈਲੋ, ਮਰ ਜਾ ਬੰਦਾ। ਹੈਲੋ ਜੀ, ਤੁਹਾਡੀ ਆਵਾਜ਼ ਜੀ ਮੇਰੀ ਕੱਟ ਰਹੀ ਹੈ ਜੀ ਆਵਾਜ਼? ਹੁਣ ਠੀਕ ਹੈ ਜੀ, ਆ ਰਹੀ ਆਵਾਜ਼ ਤੁਹਾਡੀ ਦੁਬਾਰਾ। ਗੱਲ ਅਸਲ ਕੀ ਹੈ ਕਿ ਬੰਦੇ ਮਾਰਨ ਵਾਲੇ ਦੀ ਮਾਰਨ ਸਮੇਂ ਗਿਰਤੀ ਕਿਹੋ ਜਿਹੀ ਸੀ, ਕਿਸ ਤਰੀਕੇ ਨਾਲ ਕ੍ਰੂਐਲਿਟੀ ਦੇ ਨਾਲ ਉਹਨੇ ਬੰਦੇ ਨੂੰ ਮਾਰਿਆ, ਉਹਦੇ ਮੁਤਾਬਕ ਕੋਰਟਾਂ ਡਿਸਾਈਡ ਕਰਦੀਆਂ ਨੇ। ਸੋ ਇਹ ਗੱਲਾਂ ਸਾਰੀਆਂ ਬਹੁਤ ਸਾਰਾ ਵੱਡਾ ਵਿਸ਼ਾ ਹੈ। ਇਹ ਬੜੇ ਵੱਡੇ ਸਾਡੇ ਕਾਨੂੰਨਦਾਨ, ਬੜੇ ਵੱਡੇ ਵਕੀਲ ਇਸ ਨੂੰ ਐਲੈਬੋਰੇਟ ਕਰ ਸਕਦੇ ਆ, ਪਰ ਜੋ ਪਿਛਲੇ ਸਮੇਂ ਅਸੀਂ ਵਹਿੰਦੇ ਆਏ ਆ ਜੇਲ੍ਹਾਂ ਵਿੱਚ, ਉਹਦੇ ਮੁਤਾਬਕ ਤਾਂ ਦੇਖੋ, ਜੇ ਰਿਹਾਈ ਦਾ ਹੱਕ ਗੁਰਮੀਤ ਸਿੰਘ ਨੂੰ ਮਿਲ ਸਕਦਾ ਤੇ ਬਾਕੀਆਂ ਨੂੰ ਮਿਲਣਾ ਚਾਹੀਦਾ। ਬੜੀ ਵੱਡੀ ਬਹੁਤ ਕੋਈ ਖਾਸ ਉਲਝਣ ਵਾਲੀ ਗੱਲ ਨਹੀਂ ਹੈਗੀ। ਇਹ ਲੋਕ ਇਹ ਜਾਣਨਾ ਚਾਹੁੰਦੇ ਕਿ ਜਿਹੜੇ ਲੋਕ ਵਿਚਾਰੇ ਅੱਜ ਤੋਂ 20-25 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਆ, ਤੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਬਾਹਰ ਆਉਣ ਦਾ। ਕੋਈ ਇਸ 'ਚ ਮਾੜੀ ਗੱਲ ਕੋਈ ਨਹੀਂ। ਜੇ ਭਾਈ ਗੁਰਬਖਸ਼ ਸਿੰਘ ਨੇ ਮੰਗ ਚੁੱਕੀ ਸੀ, ਮੰਗ ਜਾਇਜ਼ ਸੀ, ਠੀਕ ਹੈ। ਉਹਨਾਂ ਦੀ ਜਿਹੜੀ ਹੜਤਾਲ ਦਾ ਕੀ ਬਣਿਆ ਕੀ ਨਹੀਂ ਬਣਿਆ ਇੱਕ ਵੱਖਰਾ ਵਿਸ਼ਾ, ਬਟ ਜਿਹੜੇ ਇਸ਼ੂ ਸੀਗੇ ਉਹ ਹਾਲੇ ਸੈਟਲ ਨਹੀਂ ਹੋਏ, ਉਹਨਾਂ ਬਾਰੇ ਜ਼ਰੂਰ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਠੀਕ ਹੈ ਜੀ। ਸਰਦਾਰ ਹਰਮਿੰਦਰ ਸਿੰਘ ਜੀ ਗਿੱਲ, ਤੁਸੀਂ ਸਮਾਂ ਕੱਢਿਆ ਪ੍ਰੋਗਰਾਮ 'ਚ ਆਏ, ਇਹ ਜਾਣਕਾਰੀ ਦਿੱਤੀ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਫਿਰ ਜੁੜਾਂਗੇ ਅਗਲੇ ਇਸ਼ੂ ਤੇ ਤੁਹਾਡੇ ਨਾਲ ਕਿਸੇ ਵੇਲੇ ਪ੍ਰੋਗਰਾਮ 'ਚ ਜੀ। ਓਕੇ ਭਾਈ ਸਾਹਿਬ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਤੇ ਲੋ ਜੀ, ਫਿਰ ਅਗੇਤੀ ਰਿਹਾਈ ਦੀ ਗੱਲ ਜਾਂ ਉਮਰ ਕੈਦ ਦੇ ਇਹ ਜਿਹੜੇ ਨੁਕਤੇ ਕੁਝ ਆਲੋਚਕ ਪੇਸ਼ ਕਰਦੇ ਆ, ਉਹਦੇ ਬਾਰੇ ਚੇਅਰਮੈਨ ਸਾਹਿਬ ਦੇ ਵਿਚਾਰ ਵੀ ਜਾਣਦੇ ਆ, ਤੇ ਅਸੀਂ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੂੰ ਵੀ ਪ੍ਰੋਗਰਾਮ ਦੇ ਵਿੱਚ ਦੁਬਾਰਾ ਪੇਸ਼ ਕਰਦੇ ਹਾਂ। ਤੇ ਪ੍ਰੋਗਰਾਮ ਚੱਲੇਗਾ 10 ਵਜੇ ਤੱਕ ਜੀ। ਅੱਜ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਅਸੀਂ ਸਮਾਂ ਵਧਾਵਾਂਗੇ ਕਿਉਂਕਿ ਸਾਡੇ ਕੋਲ ਪੈਨਲ ਹੈ, ਤੇ ਅਸੀਂ ਤੁਹਾਨੂੰ ਵੀ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਮੌਕਾ ਦੇਣਾ ਚਾਹੁੰਦੇ ਹਾਂ। ਸੋ ਅਗੇਤੀ ਰਿਹਾਈ ਤੇ ਉਮਰ ਕੈਦ, ਇਹ ਪੈਰੋਲ ਦੇ ਸਿਲਸਿਲੇ 'ਚ ਕਾਫੀ ਕਨਫਿਊਜ਼ਨ ਹੈ ਜੀ ਕਈਆਂ ਦੇ ਮਨ 'ਚ, ਦੱਸੋ ਇਹਦੇ ਬਾਰੇ। ਬਿਲਕੁਲ ਜੀ, ਪਹਿਲਾਂ ਤਾਂ ਹਰਮਿੰਦਰ ਸਿੰਘ ਨੂੰ ਕਾਫੀ ਡਿਟੇਲ ਵਿੱਚ ਦੱਸ ਦਿੱਤਾ ਕਿਉਂਕਿ ਉੱਥੇ ਉਸ ਮੁਲਕ ਦੇ ਵਿੱਚ ਰਹਿੰਦੇ ਨੇ, ਤੇ ਕਈ ਵਾਰੀ ਉੱਥੇ ਰਹਿੰਦੇ ਹੋ ਤੁਹਾਨੂੰ ਬੈਟਰ ਸਾਡੇ ਨੂੰ ਪਤਾ ਹੁੰਦਾ। ਪਰ ਮੇਰਾ ਥੋੜਾ ਜਿਹਾ ਇੱਕ ਇਹ ਗਿਲਾ ਸ਼ਿਕਵਾ ਜ਼ਰੂਰ ਹੈਗਾ ਕਿ ਭਾਈ ਸਾਹਿਬ ਉਹਨਾਂ ਨੂੰ ਤਕਰੀਬਨ 30-35 ਦਿਨ ਹੋ ਗਏ ਸੀ, ਕੋਈ ਵੀ ਉੱਥੇ ਦੀਆਂ ਜਿਹੜੀਆਂ ਤੁਸੀਂ ਗੱਲ ਕੀਤੀ ਆਰਗੇਨਾਈਜੇਸ਼ਨਾਂ ਹੈਗੀਆਂ, ਕਾਫੀ ਸਾਡੇ ਲੀਡਰਸ ਹੈਗੇ ਨੇ, ਉਹਨਾਂ ਨੇ ਕੋਈ ਇੰਨਾ ਵਧੀਆ ਉਹਨਾਂ ਦੀ ਪਹਿਲਾਂ ਸਪੋਰਟ ਨਹੀਂ ਕੀਤੀ ਜੀ। ਉਸ ਤੋਂ ਬਾਅਦ ਹੌਲੀ ਹੌਲੀ ਜ਼ਰੂਰ ਬਾਹਰਲੀਆਂ ਸੰਗਤਾਂ ਨੇ ਜ਼ਿਆਦਾ ਇਹਦੇ ਵਿੱਚ ਵਧੀਆ ਰੋਲ ਅਦਾ ਕੀਤਾ। ਇੱਥੋਂ ਪਰਿਵਾਰਾਂ ਨੂੰ ਫੋਨ ਕੀਤੇ ਆ, ਜਿਹੜੀ ਵੇਵਜ਼ ਬਾਹਰਲੀਆਂ ਕੰਟਰੀਆਂ 'ਚੋਂ ਚੱਲੀ ਆ ਉਹ ਪੰਜਾਬ ਦੇ ਵਿੱਚ ਨਹੀਂ ਚੱਲੀ, ਹਿੰਦੁਸਤਾਨ ਦੇ ਵਿੱਚ ਨਹੀਂ ਚੱਲੀ ਸੀਗੀ। ਹੁਣ ਉਹ ਇਹ ਵੀ ਸਾਡਾ ਦੁਖਾਂਤ ਰਿਹਾ। ਜੇ ਕਿਤੇ ਜਿਸ ਤਰ੍ਹਾਂ ਅਸੀਂ ਮਗਰੋਂ ਇਕੱਠੇ ਹੋਏ ਹਾਂ, ਸਾਰਾ ਪਹਿਲੋਂ ਹੀ ਉਪਰਾਲਾ ਕਰ ਦਿੰਦੇ, ਆਪਾਂ ਕੁਝ ਹੋਰ ਵਧੀਆ ਅਚੀਵਮੈਂਟ ਲੈ ਸਕਦੇ ਸੀ। ਇਸ ਕਰਕੇ ਮੇਰਾ ਆਪਣਾ ਇਹ ਗਿਲਾ ਜ਼ਰੂਰ ਹੈਗਾ। ਪਹਿਲੋਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੰਡੀਆ ਵਿੱਚ ਸਾਡੀਆਂ ਕਾਫੀ ਸੰਪਰਦਾਵਾਂ ਹੈਗੀਆਂ, ਸਾਡੀਆਂ ਕਾਫੀ ਟਕਸਾਲਾਂ ਸਾਡੀਆਂ ਹੈਗੀਆਂ, ਉਹਨਾਂ ਨੇ ਕੋਈ ਇੰਨਾ ਵਧੀਆ ਰੋਲ ਅਦਾ ਪਹਿਲੋਂ ਨਹੀਂ ਕੀਤਾ। ਇਹ ਭਾਈ ਸਾਹਿਬ ਨੂੰ ਕਾਫੀ ਮਾਈਨਰ ਲਿਆ ਇਹਨਾਂ ਨੇ, ਵੀ ਅੱਗੇ ਵੀ ਇਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਹੁਣ ਵੀ ਰੱਖੀ ਆ, ਪਰ ਜਦੋਂ ਲੋਕਾਂ ਦਾ ਇਕੱਠ, ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਫਿਰ ਹੋਈਆਂ ਇਕੱਠੀਆਂ, ਸਾਰਾ ਉਹ ਦੇਖ ਕੇ ਜ਼ਰੂਰ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਜੀ ਉਹਨਾਂ ਨੇ ਲਾਹਾ ਲੈਣਾ ਚਾਹਿਆ। ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਸੀ, ਉਹ ਇਸ ਆਸ ਤੇ ਬੈਠੀ ਸੀ ਕਿ ਸਾਨੂੰ ਇਹਦੇ ਵਿੱਚੋਂ ਕੀ ਮਿਲਣਾ ਹੈਗਾ। ਇਸ ਕਰਕੇ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਗਿਲਾ ਜ਼ਰੂਰ ਹੈਗਾ। ਜੇ ਕਿਤੇ ਅਸੀਂ ਪਹਿਲਾਂ ਹੀ ਸਾਰੀਆਂ ਜਿੰਨੀਆਂ ਸਾਡੀਆਂ ਧਾਰਮਿਕ ਆਰਗੇਨਾਈਜੇਸ਼ਨ ਹੈਗੀਆਂ, ਜਿਸ ਤਰ੍ਹਾਂ ਅਸੀਂ ਇੱਥੇ ਐਫਰਟ ਲਾਏ ਆ, ਜਿੱਥੇ ਕਿਤੇ ਵੀ ਅਸੀਂ ਲਾ ਸਕਦੇ ਸੀ, ਉੱਥੇ ਦੀਆਂ ਵੀ ਜਥੇਬੰਦੀਆਂ ਲਾਉਂਦੀਆਂ ਤਾਂ ਇਹਦਾ ਰਿਜ਼ਲਟ ਕੁਝ ਹੋਰ ਹੋ ਸਕਦਾ ਸੀ। ਆਪਾਂ ਇਹ ਜਿਹੜੀ ਆਪਾਂ ਕਹਿੰਦੇ ਵੀ ਜਿਹਨਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਰਿਹਾ ਕਰ ਦਿਓ ਜੀ। ਦੂਜੇ ਪਾਸੇ ਉਹ ਕਹਿੰਦੇ ਜੀ ਉਮਰ ਕੈਦ ਤਾਂ ਕਦੀ ਪੂਰੀ ਨਹੀਂ ਹੁੰਦੀ। ਇਹਦੇ ਵਿੱਚ ਹੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਗਿੱਲ ਸਾਹਿਬ ਨੇ ਤੇ ਆਪਣਾ ਭਾਈ ਨੇ ਵੀ ਦੱਸਤਾ ਵੀ ਜੋ ਵੀ ਉੱਥੇ ਦੇ ਲੀਗਲ ਪ੍ਰੋਸੀਜਰ ਸਿਸਟਮ ਹੈਗੇ ਨੇ ਉਹਦੇ ਅਧੀਨ ਹੀ ਚਲੋ ਸਾਰਾ ਕੁਝ ਹੋਣਾ ਚਾਹੀਦਾ ਹੈ। ਪਰ
ਜੇ ਅਸੀਂ ਸਿਰਫ ਇਸ ਦ੍ਰਿਸ਼ਟੀਕੋਣ ਤੋਂ ਵੇਖ ਲਈਏ ਵੀ ਕਿ ਇਹ ਜਿਹੜੇ ਵਿਅਕਤੀਆਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ 1984 ਦੇ ਨਾਲ ਜੋ ਘਟਨਾਵਾਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਜੋ ਵੀ ਕੀਤਾ। ਸੋ ਜਨਰਲੀ ਸਪੀਕਿੰਗ ਸੰਸਾਰ ਦੇ ਵਿੱਚ ਜਦੋਂ ਇਦਾਂ ਦੀਆਂ ਲਹਿਰਾਂ ਚੱਲਦੀਆਂ ਨੇ, ਉਸ ਲਹਿਰ ਦੇ ਖਤਮ ਹੋਣ ਤੋਂ ਬਾਅਦ ਸਰਕਾਰਾਂ ਜਨਰਲੀ ਸਪੀਕਿੰਗ ਜਨਰਲ ਐਮਨੈਸਟੀ ਦਿੰਦੀਆਂ ਨੇ ਵੀ ਇਹ ਕੋਈ ਕ੍ਰਿਮੀਨਲ ਨਹੀਂ ਬੰਦੇ ਜਿਨ੍ਹਾਂ ਨੇ ਕ੍ਰਿਮੀਨਲ ਐਕਟ ਕੀਤੇ, ਪਰ ਰਾਜਨੀਤਿਕ ਵਾਤਾਵਰਣ ਸਰਕਾਰ ਨੇ ਇਦਾਂ ਦਾ ਬਣਾ ਦਿੱਤਾ। ਦੇਖੋ ਇੱਥੇ ਕੈਨੇਡਾ ਦੇ ਵੀ ਆਪਾਂ ਕੈਨੇਡਾ ਦੇ ਕਾਨੂੰਨ 'ਚ ਵਿਸ਼ਵਾਸ ਕਰਦੇ ਹਾਂ ਵੀ ਮਰਡਰ ਦੀ ਕੋਈ ਜਸਟੀਫਿਕੇਸ਼ਨ ਨਹੀਂ, ਹਨਾ। ਕ੍ਰਾਈਮ ਤਾਂ ਮਰਡਰ ਹੈ। ਹਾਂਜੀ, ਕ੍ਰਾਈਮ ਮਰਡਰ ਹੈ। ਵੇਖੋ ਪੋਲੀਟੀਕਲ ਜੇ ਕੋਈ ਪ੍ਰਿਜ਼ਨਰ ਹੈਗਾ ਵੀ ਉਹਨੂੰ ਨਹੀਂ ਛੱਡਿਆ ਜਾ ਰਿਹਾ, ਉਹਦੀ ਐਮਨੈਸਟੀ ਦੀ ਤਾਂ ਗੱਲ ਹੋ ਸਕਦੀ ਆ। ਜਿਹੜਾ ਮਰਡਰਰ ਆ ਆਪਾਂ ਕਹੀਏ ਵੀ ਉਹਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਉਹਨੂੰ ਛੱਡ ਦਿਓ ਜੀ, ਇਹਦਾ ਕ੍ਰਾਈਮ ਹੀ ਨਹੀਂ ਹੈ, ਇਹ ਗੱਲ ਬਣਦੀ ਆ? ਨਹੀਂ ਜੀ, ਇਹ ਮੇਰਾ ਖਿਆਲ ਹੈ ਵੀ ਇਹ ਮੰਗ ਵੀ ਨਹੀਂ ਸੀ ਔਰ ਇਦਾਂ ਸ਼ਾਇਦ ਹੋਣਾ ਵੀ ਨਹੀਂ ਚਾਹੀਦਾ। ਪਰ ਮੇਰਾ ਕਹਿਣ ਤੋਂ ਮਤਲਬ ਵੀ ਜਦੋਂ ਇਦਾਂ ਦੀਆਂ ਘਟਨਾਵਾਂ ਜਨਰਲੀ ਸਪੀਕਿੰਗ ਦੁਨੀਆ ਦੇ ਵਿੱਚ ਹੁੰਦੀਆਂ ਨੇ ਤੇ ਉਹਨਾਂ ਨੂੰ ਮੁੜ ਕੇ ਕਿਸ ਤਰੀਕੇ ਨਾਲ ਸਰਕਾਰ ਉਸ ਪਾਰਟਿਕੂਲਰ ਕਮਿਊਨਿਟੀ ਦੇ ਗ੍ਰੀਵੈਂਸਸ ਦੀ ਨੂੰ ਵੇਖਦੀ ਹੈ, ਰੀਡਰੈਸ ਕਰਦੀ ਹੈ, ਉਹਦੇ ਵਿੱਚ ਆਮ ਤੌਰ ਤੇ ਇੱਕ ਗੱਲ ਇਹ ਹੁੰਦੀ ਆ ਵੀ ਜਿਹੜੇ ਲੋਕ ਇਹਨਾਂ ਘਟਨਾਵਾਂ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਫੇਰ ਕਿਵੇਂ ਚੰਗੇ ਸ਼ਹਿਰੀ ਬਣਾਉਣਾ ਹੈ। ਠੀਕ ਹੈ। ਸੋ ਉਸ ਪੈਕੇਜ ਦੇ ਵਿੱਚ ਜਨਰਲੀ ਸਪੀਕਿੰਗ ਇਹ ਵੀ ਹੁੰਦਾ ਹੈ ਕਿ ਜਿਹੜੇ ਵਿਅਕਤੀਆਂ ਨੇ ਕੁਝ ਗੈਰ ਕਾਨੂੰਨੀ ਕੰਮ ਕੀਤੇ ਉਹਨਾਂ ਨੂੰ ਆਪਾਂ ਕਿੱਦਾਂ ਸੁਸਾਇਟੀ ਦੇ ਵਿੱਚ ਵਾਪਸ ਲਿਆਉਣਾ। ਇਹ ਜਿਹੜਾ ਇੱਕ ਪਹਿਲੂ ਸੀ ਜਿਹੜਾ ਕਿ 84 ਦੇ ਨਵੰਬਰ ਨਾਲ ਵੀ ਸੰਬੰਧਿਤ ਹੈ, ਇਹਦੇ ਨਾਲ ਵੀ ਸੰਬੰਧਿਤ ਹੈ ਵੀ ਪੰਜਾਬ ਦੀ ਸਰਕਾਰ, ਭਾਵੇਂ ਉਹ ਆਪਣੀ ਸਿੱਖਾਂ ਦੀ ਸਰਕਾਰ ਵੀ ਉਹਨੂੰ ਕਹਿ ਲੈਂਦੇ ਆ, ਪੰਜਾਬ ਦੀ ਸਰਕਾਰ ਜਾਂ ਸੈਂਟਰ ਦੀ ਸਰਕਾਰ ਨੇ ਪਿਛਲੇ 30 ਸਾਲਾਂ ਦੇ ਵਿੱਚ ਕੋਈ ਅਜਿਹਾ ਕਦਮ ਨਾ ਚੁੱਕਿਆ, ਨਾ ਕੋਈ ਪਾਲਿਸੀ ਲੈਵਲ ਤੇ ਆਪਣਾ ਕੋਈ ਐਲਾਨ ਕੀਤਾ ਵੀ ਕਿਸ ਤਰੀਕੇ ਦੇ ਨਾਲ ਅਸੀਂ ਇਸ ਵਿਸ਼ੇ ਨੂੰ ਜਿਹੜਾ ਹੈ ਨਜਿੱਠਣਾ ਹੈ। ਸੋ ਇਹ ਇੱਕ ਬਹੁਤ ਵੱਡਾ ਕਾਰਨ ਬਣਿਆ। ਤੇ ਦੂਸਰਾ, ਜਿਸ ਤਰ੍ਹਾਂ ਕਿ ਗਿੱਲ ਸਾਹਿਬ ਜੀ ਨੇ ਕਹਿ ਦਿੱਤਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਇਸ ਵੇਲੇ ਲੀਡਰਸ਼ਿਪ ਵੈਕਿਊਮ ਹੈ। ਹਾਂਜੀ, ਹਰ ਇੱਕ ਧਾਰਮਿਕ ਪਰ ਇਹ ਵੈਕਿਊਮ ਤੇ 30 ਸਾਲ ਪਹਿਲਾਂ ਵੀ ਸੁਣਦੇ ਹੁੰਦੇ ਸੀ ਤੇ ਅੱਜ ਵੀ ਇਦਾਂ ਹੀ ਲੱਗਦਾ 30 ਸਾਲ ਗਾਂ ਵੀ ਕੋਈ ਇਦਾਂ ਨਜ਼ਰ ਨਹੀਂ ਅਜੇ ਆਉਂਦਾ ਵੀ ਇਹ ਵੈਕਿਊਮ ਭਰਿਆ ਜਾਣਾ। ਨਹੀਂ ਜੀ, ਅਜੇ ਸਾਡੀ ਕੌਮ ਜਿਹੜੀ ਹੈ ਜਨਰਲੀ ਸਪੀਕਿੰਗ ਰਿੜਨਾ ਸਿੱਖ ਰਹੀ ਹੈ। ਅਸੀਂ ਅਜੇ ਉੱਥੇ ਨਹੀਂ ਪਹੁੰਚੇ ਜਿੱਥੇ ਪਹੁੰਚ ਕੇ ਅਸੀਂ ਕਮਿਊਨਿਟੀ ਦੇ ਕੌਮ ਨੂੰ ਉਹ ਪ੍ਰੋਗਰਾਮ ਦੇ ਸਕੀਏ ਜਿਹਦੇ ਵਿੱਚ ਕਮਿਊਨਿਟੀ ਜਿਹੜੀ ਹੈ ਪੂਰਨ ਤੌਰ ਦੇ ਉੱਤੇ ਸਫਲ ਕਮਿਊਨਿਟੀ ਗਿਣੀ ਜਾਵੇ। ਸੋ ਅਸੀਂ ਉਸ ਰਾਹ ਤੇ ਚੱਲ ਰਹੇ ਹਾਂ ਤੇ ਉਸ ਕਾਰਨ ਕਰਕੇ ਜੋ ਪੋਲੀਟੀਕਲ ਜੋ ਲੀਡਰਸ਼ਿਪ ਵੈਕਿਊਮ ਹੈ ਹੌਲੀ ਹੌਲੀ ਫਿਲ ਅਪ ਹੋਏਗਾ, ਹੋ ਰਿਹਾ ਹੈ, ਜਿਸ ਤਰ੍ਹਾਂ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਆਸ ਕੀਤੀ ਜਾਂਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਾ ਕੁਝ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਸਰਦਾਰ ਜਗਰਾਉਂ ਜੀ, ਤੁਸੀਂ ਜਦੋਂ ਸਰਦਾਰ ਬਲ ਜੀ ਬੋਲ ਰਹੇ ਸੀ ਐਮਨੈਸਟੀ ਦੇ ਬਾਰੇ 'ਚ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ, ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਜਿਹੜੀਆਂ ਪੰਜਾਬ ਦੇ ਵਿੱਚ ਜੀ, ਮੈਂ ਪੰਜਾਬ 'ਚ ਵੀ ਤਕਰੀਬਨ 4-5 ਜ਼ਿਲ੍ਹਾ ਚ ਰਿਹਾ ਜੀ, ਜਿਵੇਂ ਨਾਭੇ ਰਹੇ ਆ ਜੀ, ਲੁਧਿਆਣੇ ਰਹੇ ਆ, ਅੰਮ੍ਰਿਤਸਰ ਰਹੇ ਆ, ਜਲੰਧਰ ਰਹੇ ਆ ਜੀ, ਤੇ ਰਾਜਸਥਾਨ ਦੇ ਵਿੱਚ ਜੋਧਪੁਰ ਜੇਲ੍ਹ 'ਚ ਰਿਹਾ ਜੀ ਮੈਂ। ਮਤਲਬ ਕਿ ਚਲੋ ਮੈਨੂੰ ਕਾਨੂੰਨ ਦੀ 100% ਪ੍ਰਕਿਰਿਆ ਦਾ ਨੌਲੇਜ ਤਾਂ ਨਹੀਂ ਹੈਗੀ, ਪਰ ਉੱਥੇ ਆਮ ਤੌਰ ਤੇ ਹੁੰਦਾ ਕਿ ਜੱਜ ਕਿਸੇ ਨੂੰ 5 ਸਾਲ ਦੀ ਕੈਦ ਕਰਦਾ, ਕਿਸੇ ਨੂੰ 10 ਸਾਲ ਦੀ ਕੈਦ ਕਰਦਾ, ਜਾਂ ਉਹ ਜਿਹੜੀ ਕੈਦ ਵੀ ਉਸੇ ਤਰ੍ਹਾਂ ਦਿਨ ਰਾਤ ਤੇ ਛੁੱਟੀਆਂ ਵਗੈਰਾ ਪਾ ਕੇ, ਕੋਈ ਜਿਹੜਾ 10 ਸਾਲ ਵਾਲਾ ਕੈਦੀ ਆ ਉਹ ਕਈ ਵਾਰੀ ਤਕਰੀਬਨ 4 ਸਾਲ ਬਾਅਦ ਜਾਂ 4.5 ਸਾਲ ਬਾਅਦ ਜੇਲ੍ਹ 'ਚੋਂ ਬਾਹਰ ਚਲਾ ਜਾਂਦਾ ਜੀ। ਅੱਛਾ ਜੀ। ਤੇ ਜਿਵੇਂ ਜਿਹੜੀ ਉਮਰ ਕੈਦ ਦੀ ਜਿਹੜੀ ਸਜ਼ਾ ਹੈਗੀ ਆ ਉਹ 20 ਸਾਲ ਕਾਊਂਟ ਕਰਦੇ ਆ ਜੀ, ਉਹ 20 ਸਾਲ ਕਾਊਂਟ ਕਰਦੇ ਆ, ਤੇ ਉਹੀ ਜਿਹੜੇ ਤਰੀਕਾ ਹੈਗਾ ਵੀ 20 ਨੂੰ 10 ਤੇ ਕਰਾ ਜਾਂਦੀ ਆ, 10 ਸਾਲਾਂ ਬਾਅਦ ਜਿਹਨੂੰ ਆਪਾਂ ਇੱਕ ਉੱਥੇ ਲਫ਼ਜ਼ ਯੂਜ਼ ਕੀਤਾ ਦਾ ਨਕਸ਼ਾ ਐਂ ਕਾਊਂਟ ਕਰ ਲਓ ਵੀ ਗ੍ਰਹਿ ਮੰਤਰਾਲਾ ਜਿਹੜਾ, ਉਹ ਗ੍ਰਹਿ ਮੰਤਰਾਲਾ ਉਹਨਾਂ ਦੇ ਉਸ ਕੈਦੀ ਦੇ ਲੋਕਲ ਥਾਣੇ ਤੇ ਕਰ ਪੇਪਰ ਭੇਜਦਾ ਜੀ। ਆਪਾਂ ਨੂੰ ਨਕਸ਼ਾ ਛੱਡ ਦਈਏ, ਇੱਕ ਪੇਪਰ ਭੇਜਦਾ ਤੇ ਸੰਬੰਧਿਤ ਅਫਸਰ ਉਸ ਕੈਦੀ ਦੇ ਏਰੀਏ ਦੇ ਮਾਹੌਲ ਬਾਰੇ ਸਾਰੀ ਜਾਣਕਾਰੀ ਦਿੰਦੇ ਵੀ ਇਹ ਬੰਦਾ ਜਦੋਂ ਬਾਹਰ ਆਊਗਾ ਜੇਲ੍ਹ ਚੋਂ ਵੀ ਇਹਦੇ ਨਾਲ ਕੀ ਮਾਹੌਲ ਬਣ ਸਕਦਾ, ਠੀਕ ਹੈ ਜੀ, ਇਹਦਾ ਕੀ ਨੁਕਸਾਨ ਹੋ ਸਕਦਾ। ਆਮ ਤੌਰ ਤੇ ਹੁੰਦਾ ਵੀ ਗ੍ਰਹਿ ਮੰਤਰਾਲੇ ਤੋਂ ਨਕਸ਼ਾ ਤੁਰ ਕੇ ਲੋਕਲ ਥਾਣੇ ਤੱਕ ਜਾਂਦਾ, ਜੇ ਲੋਕਲ ਥਾਣੇ ਦਾ SHO ਜਾਂ ਜਿਹੜਾ ਸੰਬੰਧਿਤ ਅਫਸਰ ਆ ਉਹਦੀ ਕਲੀਅਰੈਂਸ ਦੇ ਦਿੰਦਾ, ਉਸੇ ਤਰ੍ਹਾਂ ਉਹ ਸਟੈਪ ਬਾਈ ਸਟੈਪ ਅੱਗੇ ਦੁਬਾਰਾ ਆ ਜਾਂਦਾ ਤੇ 10 ਸਾਲ ਬਾਅਦ ਨਕਸ਼ਾ ਆਮ ਤੌਰ ਤੇ ਤੁਰਦਾ ਹੈ। ਸਮਝੋ ਉਮਰ ਕੈਦ ਵਾਲੇ ਕੈਦੀ ਦੀ 10 ਸਾਲਾਂ ਬਾਅਦ ਉਹਨੂੰ ਰਿਹਾਈ ਦੀ ਆਸ ਹੋਣੀ ਸ਼ੁਰੂ ਹੋ ਜਾਂਦੀ ਆ। ਠੀਕ ਹੈ, ਜੇ ਜੱਜ ਨੇ ਇਹ ਗੱਲ ਨਾ ਲਿਖੀ ਹੋਵੇ ਇਹ ਕੈਦੀ ਜਿਹੜਾ ਉਹ ਸਾਰੀ ਉਮਰ ਜੇਲ੍ਹ 'ਚ ਰਹੂਗਾ ਮਰਨ ਤੱਕ। ਠੀਕ ਹੈ। ਤੇ ਕਈ ਜਿਹੜੀਆਂ ਕੈਦਾਂ ਨੇ ਉੱਥੇ ਇਸ ਤਰ੍ਹਾਂ ਵੀ ਹੋ ਜਾਂਦੀਆਂ ਵੀ ਆਪਾਂ ਕਈ ਵਾਰੀ ਅਖਬਾਰਾਂ 'ਚ ਵੀ ਪੜ੍ਹਦੇ ਹਾਂ ਵੀ ਕਿਸੇ ਬੰਦੇ ਨੂੰ ਜੀ 200 ਸਾਲ ਦੀ ਕੈਦ ਹੋ ਗਈ। 200 ਸਾਲ ਤਾਂ ਆਦਮੀ ਦੀ ਉਮਰ ਨਹੀਂ ਹੁੰਦੀ ਵੀ, ਜਿਵੇਂ ਕਿਸੇ ਬੰਦੇ ਨੂੰ 3 ਉਮਰ ਕੈਦਾਂ ਹੋ ਗਈਆਂ ਤਾਂ ਉਹਨੂੰ 60 ਸਾਲ ਦੀ ਕੈਦ ਹੋ ਗਈ, ਪਰ ਉਹ ਸਾਰੀਆਂ 3 ਜਿਹੜੀਆਂ ਸਜ਼ਾਵਾਂ ਨੇ ਉਹ ਇੱਕੋ ਵਾਰੀ ਚੱਲਦੀਆਂ ਨੇ। ਬਲਕਿ 60 ਸਾਲ ਦੀ ਕੈਦ ਹੋਣ ਦੇ ਬਾਵਜੂਦ ਵੀ 10 ਸਾਲਾਂ ਬਾਅਦ ਉਹਦਾ ਜਿਹੜਾ ਨਕਸ਼ਾ ਉਹ ਤੁਰ ਪੈਂਦਾ। 10 ਤੋਂ ਲੈ ਕੇ 14 ਸਾਲਾਂ ਦੇ ਵਿੱਚ ਡਿਪੈਂਡ ਕਰਦਾ ਕਿ ਉਹਦੇ ਪਿੱਛੇ ਜਿਹੜੇ ਉਹਦੇ ਰਿਸ਼ਤੇਦਾਰ ਨੇ ਜਾਂ ਉਹਦੇ ਸੱਜਣ ਮਿੱਤਰ ਨੇ ਉਹ ਕਿੰਨੇ ਕੁ ਸਟਰੋਂਗ ਹੈਗੇ ਆ, ਉਹ ਕਿੱਥੋਂ ਤੱਕ ਉਹਦੀ ਪੇਪਰ ਦੀ ਕਾਰਵਾਈ ਕਰਕੇ ਉਹਨੂੰ ਵੱਧ ਛੇਤੀ ਤੋਂ ਛੇਤੀ ਜੇਲ੍ਹ ਚੋਂ ਬਾਹਰ ਲਿਆ ਸਕਦੇ ਆ, ਹਨਾ।
ਹੁਣ ਜਿਹੜੇ ਇਹ ਕੈਦੀ ਆਪਣੇ ਜਿਨ੍ਹਾਂ ਬਾਰੇ ਗੱਲ ਚੱਲਦੀ ਹੈ, ਜਿਵੇਂ ਹੁਣ ਗਿੱਲ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਹੈਗਾ, ਜਿੰਨੇ ਵੀ ਉਹ ਭਰਾ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਤਕਰੀਬਨ ਜੇ ਆਪਾਂ ਉਮਰ ਕੈਦ ਦੇ ਨਜ਼ਰੀਏ ਤੋਂ ਵੀ ਦੇਖੀਏ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆਮ ਤੌਰ ਤੇ ਵੀ ਜਿਹੜੇ ਭੁੱਲਰ ਸਾਹਿਬ ਨੇ ਉਹ ਜਿੰਨੀ ਕੈਦ ਪੂਰੀ ਕਰ ਚੁੱਕੇ ਆ, ਜੇ ਅੱਜ ਸਰਕਾਰ ਚਾਹੇ ਤਾਂ ਉਹਨਾਂ ਨੂੰ ਅੱਜ ਹੀ ਰਿਹਾ ਕਰ ਸਕਦੀ ਆ। ਅੱਛਾ ਜੀ। ਤੇ ਜਿਹੜੀਆਂ ਜਿੰਨੇ ਵੀ ਇਹ ਸਾਡੇ ਕੈਦੀ ਜੇਲ੍ਹਾਂ ਦੇ ਵਿੱਚ ਸਾਡੇ ਭਰਾ ਹੈਗੇ ਨੇ, ਉਹ ਸਾਰੇ ਜਿਹੜਾ ਉੱਥੇ ਪ੍ਰਚਲਿਤ ਸਿਸਟਮ ਆ ਉਹਦੇ ਮੁਤਾਬਕ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ। ਸਜ਼ਾ ਪੂਰੀ ਕਰਨ ਦੇ ਨਾਲ ਨਾਲ ਉਹ ਤਕਰੀਬਨ ਆਲਮੋਸਟ ਦੁੱਗਣੀ ਸਜ਼ਾ ਕੱਟ ਚੁੱਕੇ ਨੇ। ਫਿਰ ਆਪਾਂ ਕੈਨੇਡੀਅਨ ਸਿਸਟਮ ਦੇ ਮੁਤਾਬਕ ਜੇ ਸਮਝਣਾ ਹੋਵੇ ਕਿ ਇਹ ਤਾਂ ਕਹਿ ਸਕਦੇ ਹਾਂ ਵੀ ਉਹ ਉਮਰ ਕੈਦ ਉਹਨਾਂ ਨੂੰ ਹੋਈ ਸੀ ਫਰਜ਼ ਕਰੋ, ਤੇ ਇਹ ਉਸ ਤੋਂ ਬਾਅਦ ਜਿਹੜੀ ਪੈਰੋਲ ਦੀ ਕੰਡੀਸ਼ਨਸ ਆ ਉਹ ਸ਼ਾਇਦ ਉਹ ਪੂਰੀਆਂ ਕਰਦੇ ਹੋਣ, ਤੇ ਜੇ ਪੈਰੋਲ ਗ੍ਰਾਂਟ ਹੋ ਜਾਂਦੀ ਆ ਤੇ ਉਹ ਰਿਲੀਜ਼ ਕੀਤੇ ਜਾ ਸਕਦੇ ਆ। ਨਹੀਂ ਜੋ ਦੇਖੋ ਗੱਲ ਪਤਾ ਕੀ ਹੈ ਜੀ, ਜਿੱਥੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੇ ਕੈਦੀ ਨੇ ਜਿਨ੍ਹਾਂ ਨੇ 3 ਬੰਦੇ ਮਾਰੇ ਨੇ ਜੀ, ਮਤਲਬ ਕਿ ਉਹਨਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀਆਂ ਦੁਸ਼ਮਣੀਆਂ ਨੂੰ ਲੈ ਕੇ 3 4 ਕਤਲ ਕੀਤੇ ਆ, ਉਹ ਬੰਦੇ ਵੀ ਤਕਰੀਬਨ 10 ਤੋਂ ਲੈ ਕੇ 14 ਸਾਲ ਦੀ ਉਮਰ ਜੇਲ੍ਹ ਕੱਟਣ ਤੋਂ ਬਾਅਦ ਜੀ ਉਹ ਜੇਲ੍ਹ ਚੋਂ ਬਾਹਰ ਆ ਜਾਂਦੇ ਆ ਜੀ। ਠੀਕ ਨਹੀਂ, ਨਕਸ਼ਾ ਪਾਸ ਹੋਣ ਤੋਂ ਨਕਸ਼ਾ ਪਾਸ ਹੋ ਜਾਂਦਾ ਜੀ ਉਹਨਾਂ ਦਾ। ਠੀਕ ਹੈ। ਅੱਛਾ, ਹੁਣ ਜਿਹੜਾ ਜੇ ਆਪਾਂ ਜਿਹੜੇ ਉਹ ਜਿਹੇ ਕਾਤਲ ਜਿਹੜੇ ਮਤਲਬ ਕਿ ਕ੍ਰਿਮੀਨਲ ਮਾਈਂਡ ਦੇ ਲੋਕ ਨੇ, ਜੇ ਉਹ 10 ਤੋਂ 14 ਸਾਲਾਂ ਦੇ ਵਿੱਚ ਜੇਲ੍ਹ ਚੋਂ ਬਾਹਰ ਆ ਜਾਂਦੇ ਨੇ, ਤਾਂ ਜਿਹੜੇ ਸਿੱਖ ਕੈਦੀ ਨੇ ਇਹਨਾਂ ਦੀ ਕੋਈ ਬੈਡ ਇੰਟੈਂਸ਼ਨ ਜਾਂ ਇਹਨਾਂ ਦੀ ਕ੍ਰਿਮੀਨਲ ਮੈਂਟੈਲਿਟੀ ਵੀ ਹੈ ਨਹੀਂ ਸੀਗੀ। ਇਹ ਤਾਂ ਉਹਨਾਂ ਜਿਹੜੇ ਹਾਲਾਤ ਬਣੇ ਪੰਜਾਬ ਦੇ ਵਿੱਚ, ਠੀਕ ਨਹੀਂ, ਉਹਨਾਂ ਹਾਲਾਤਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੌਜਵਾਨਾਂ ਨੇ ਉਹ ਸਟੈਪ ਚੱਕੇ ਜਿਹੜੇ ਵੀ ਚੱਕੇ ਗਏ। ਉਹ ਐਕਸ਼ਨ ਦਾ ਰਿਐਕਸ਼ਨ ਸੀ। ਜਦੋਂ ਕੋਈ ਵੀ ਗੱਲ ਕਿਸੇ ਵੀ ਲੈਵਲ ਦੇ ਉੱਤੇ ਸੁਣਵਾਈ ਨਾ ਹੋਵੇ ਤਾਂ ਆਮ ਤੌਰ ਤੇ ਨੌਜਵਾਨ ਵਰਗ ਜਿਹੜਾ ਇਸ ਰਸਤੇ ਨੂੰ ਅਖਤਿਆਰ ਕਰ ਲੈਂਦਾ ਜੀ। ਠੀਕ ਹੈ। ਤੇ ਪਰ ਹੁਣ ਜਿਹੜੀ ਸਾਰਿਆਂ ਨਾਲੋਂ ਵੱਡਾ ਦੁਖਾਂਤ ਇਹ ਆ, ਉਹਨਾਂ ਲੋਕਾਂ ਨੇ ਜੇਲ੍ਹਾਂ ਵੀ ਪੂਰੀਆਂ ਕੱਟ ਲੀਆਂ ਤੇ ਉਹਨਾਂ ਨੂੰ ਫੇਰ ਵੀ ਨਹੀਂ ਛੱਡਿਆ ਜਾ ਰਿਹਾ। ਤੇ ਮੇਰਾ ਖਿਆਲ ਆ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਦੀ ਆਪਾਂ ਵਾਰ-ਵਾਰ ਗੱਲ ਕਰਦੇ ਆ, ਕਾਨੂੰਨੀ ਪ੍ਰਕਿਰਿਆ ਚੱਲਦੀ ਨੂੰ ਤਾਂ ਮੇਰਾ ਖਿਆਲ ਆ ਘੱਟੋ ਘੱਟ 15 ਸਾਲ ਹੋ ਗਏ ਨੇ ਜੀ, ਪਰ ਸਰਕਾਰ ਦਾ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਵੀ ਕੋਈ ਧਿਆਨ ਨਹੀਂ ਹੈ। ਹਾਂ, ਜਿਹੜਾ ਗੁਰਬਖਸ਼ ਸਿੰਘ ਹੋਣਾ ਨੇ ਉਸ ਕਾਨੂੰਨੀ ਪ੍ਰਕਿਰਿਆ ਦੇ ਨਾਲ ਨਾਲ ਕੌਮ ਦਾ ਧਿਆਨ ਦਿਵਾਇਆ ਵੀ ਭਾਈ ਚੁੱਪ ਨਾ ਬੈਠੋ। ਸਰਕਾਰ ਜਿਹੜੀ ਆ ਉਹ ਹਰ ਹੀਲੇ ਨੂੰ ਡਿਲੇ ਕਰ ਰਹੀ ਆ। ਇੱਕ ਇਹ ਤਰੀਕਾ ਵੀ ਅਪਣਾਇਆ ਜਾ ਸਕਦਾ ਕੌਮ ਦੇ ਵਿੱਚ ਅਵੇਅਰਨੈਸ ਪੈਦਾ ਕਰਕੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਕੈਦੀਆਂ ਨੂੰ ਬਾਹਰ ਕੱਢਿਆ ਜਾ ਸਕਦਾ। ਠੀਕ ਹੈ ਜੀ ਬ੍ਰਿਗੇਡੀਅਰ ਸਾਹਿਬ ਜੀ, ਜੋ ਕੁਝ ਕਿਹਾ ਜਾ ਰਿਹਾ ਇੱਥੋਂ ਪੈਨਲ ਦੇ ਵੱਲੋਂ, ਤੁਹਾਡਾ ਕੋਈ ਉਹਦੇ ਬਾਰੇ ਹਾਂ ਪ੍ਰਭਾਵ? ਹੈਲੋ, ਜਿਹੜੀ ਉਮਰ ਕੈਦ ਦੀ ਜਿਹੜੀ ਡੈਫੀਨੇਸ਼ਨ ਹੈ, ਇਹ ਨਾਰਮਲੀ ਜਿਵੇਂ ਗਿੱਲ ਸਾਹਿਬ ਨੇ ਕਿਹਾ 2 ਟਾਈਪ ਦੀ ਉਮਰ ਕੈਦ ਦਿੰਦੇ, ਇੱਕ ਹੁੰਦੀ ਆ ਟਿਲ ਡੈਥ ਔਰ ਦੂਸਰੀ ਹੁੰਦੀ ਆ ਉਮਰ ਕੈਦ। ਜਿਹੜੀ ਉਮਰ ਕੈਦ ਹੈ ਉਹ ਨਾਰਮਲੀ ਜਿੱਦਾਂ ਕਿਹਾ ਗਿਆ ਕਿ ਇੱਕ ਤਾਂ ਹੁੰਦੀ ਕਾਨੂੰਨ ਡੈਫੀਨੇਸ਼ਨ, ਦੂਸਰੀ ਹੁੰਦੀ ਹੈ ਡਿਸਕ੍ਰਿਸ਼ਨਰੀ ਪਾਵਰ। ਹਰੇਕ ਲੈਵਲ ਤੇ ਕੁਛ ਇੱਕ ਡਿਸਕ੍ਰਿਸ਼ਨਰੀ ਪਾਵਰ ਹੈ, ਉਹ ਜਿਹੜੀਆਂ ਗਵਰਨਰ ਕੋ ਹੁੰਦੀਆਂ, ਇਹਨਾਂ ਹੋਮ ਡਿਪਾਰਟਮੈਂਟ ਕੋ ਹੁੰਦੀਆਂ, ਸੈਂਟਰਲ ਹੋਮ ਡਿਪਾਰਟਮੈਂਟ, ਉਹ ਜਿਸ ਤਰ੍ਹਾਂ ਉਹਦਾ ਗੁੱਡ ਆਰਡਰ ਐਂਡ ਡਿਸਿਪਲਿਨ ਹੋਵੇ ਕੈਦੀ ਦਾ, ਉਹ ਰਿਕਮੈਂਡੇਸ਼ਨ ਦੇ ਨਾਲ ਉਹਨੂੰ ਕੰਸੀਡਰ ਕੀਤਾ ਜਾਂਦਾ ਔਰ 14 ਤੋਂ 20 ਸਾਲ ਤੋਂ ਬਾਅਦ ਛੱਡਿਆ ਜਾ ਸਕਦਾ। ਪਰ ਹਾਲੇ ਵੀ ਜੇ ਅਸੀਂ ਲੀਗਲੀ ਚੱਲੀਏ, ਇਹਦੀ ਹੁਣ ਲੋੜ ਹੈਗੀ ਆ, ਕਿਉਂਕਿ ਇਹ ਮੁੱਦਾ ਉੱਠ ਗਿਆ, ਸਿਰਫ ਸਿੱਖਾਂ ਦਾ ਨਹੀਂ ਸਾਰੇ ਕੈਦੀਆਂ ਦਾ ਹੈ ਕਿ ਸੁਪਰੀਮ ਕੋਰਟ ਜਾਂ ਆਪਣੀ ਪਾਰਲੀਮੈਂਟ ਨੂੰ ਚਾਹੀਦਾ ਇਹਨੂੰ ਡਿਫਾਈਨ ਕਰਨ ਕਿ ਜਿਹੜੀ ਉਮਰ ਕੈਦ ਹੈ ਉਹਦੀ ਕਿੰਨੇ ਦੇਰ। ਇਹ ਤੇ ਕਾਫੀ ਵੇਰੀਏਸ਼ਨ ਹੈ ਡਿਫਰੈਂਟ ਸਟੇਟਸ ਦੀਆਂ ਔਰ ਸੈਂਟਰ 'ਚ। ਇਹ ਹੁਣ ਜੋ ਮੁੱਦਾ ਉੱਠ ਗਿਆ ਤੇ ਇਹ ਵੀ ਕਰਾਉਣ ਦੀ ਲੋੜ ਹੈ, ਕਾਨੂੰਨ ਲੜਾਈ ਲੜਨ ਦੀ ਲੋੜ ਹੈ। ਦੂਸਰੀ ਗੱਲ ਇਹ ਹੈ ਕਿ ਇਹ ਹੁਣ ਮੁੱਦਾ ਉੱਠਿਆ, ਇਸ ਮੁੱਦੇ ਤੋਂ ਸਾਨੂੰ ਕੁਛ ਇੱਕ ਲੈਸਨ ਲਰਨ ਕਰਨੇ ਚਾਹੀਦੇ ਆ। ਸਭ ਤੋਂ ਵੱਡਾ ਲੈਸਨ ਤਾਂ ਮੇਰਾ ਖਿਆਲ ਮੀਡੀਆ ਨੂੰ ਕਰਨਾ ਚਾਹੀਦਾ। ਮੀਡੀਆ ਨੇ ਬਹੁਤ ਚੁੱਕਿਆ ਇਸ ਚੀਜ਼ ਨੂੰ ਔਰ ਇਸ ਚੀਜ਼ ਤੇ ਡਿਬੇਟ ਕਰਵਾਈ, ਤਾਂ ਹੀ ਲੋਕ ਫੋਲੋ ਕਰਨ ਲੱਗੇ। ਵਿਦਆਊਟ ਮੀਡੀਆ ਕੋਈ ਵੀ ਮੁੱਦਾ ਅੱਜ ਕੱਲ ਨਹੀਂ, ਖਾਸ ਕਰ ਪੰਜਾਬ 'ਚ ਜਿੱਥੇ ਮੀਡੀਆ ਬੜਾ ਰਿਸਟ੍ਰਿਕਟਡ ਹੈ, ਉੱਥੇ ਮੀਡੀਆ ਨੇ ਬਹੁਤ ਥੋੜਾ ਚੁੱਕਿਆ। ਇੰਟਰਨੈਸ਼ਨਲ ਮੀਡੀਆ ਨੇ ਤੁਹਾਡੀ ਮੀਡੀਆ ਦੀ ਬਹੁਤ ਇਹ 'ਚ ਉਹ ਹੈਗੀ ਆ ਕੰਟਰੀਬਿਊਸ਼ਨ। ਪਰ ਮੀਡੀਆ ਜੇ ਪਹਿਲੇ ਦਿਨ ਤੋਂ ਥੋੜਾ ਜਿਹਾ ਹੋਰ ਐਨਾਲਾਈਜ਼ ਕਰ ਸਕੇ, ਕੁਛ ਇੱਕ ਚੈਨਲ ਜਿਹਨਾਂ ਨੇ ਚੁੱਕਿਆ ਸੀਗਾ ਕਿ ਇਹਦੇ ਹੋਰ ਡਿਟੇਲ ਕੀ ਹੈ, ਕਿ ਉਸ ਦਿਨ ਤੋਂ ਹੀ ਪਤਾ ਲੱਗ ਜਾਏ। ਜਿੱਦਾਂ ਹੁਣ 65 ਦਿਨ ਤੋਂ ਜਾਂ 62 ਦਿਨ ਤੋਂ ਬਾਅਦ ਪਤਾ ਲੱਗਾ ਜੀ ਇਹ ਤਾਂ ਸੁਪਰੀਮ ਕੋਰਟ ਕੋਲ ਜਾਣਾ। ਹੁਣ ਮੈਨੂੰ ਲੱਗਦਾ ਭਾਈ ਸਾਹਿਬ ਵੀ ਥੋੜੇ ਕਨਫਿਊਜ਼ ਹੋ ਗਏ ਹੋਣੇ ਆ ਕਿ ਇਹ ਇਹੋ ਜਿਹੀ ਪਾਵਰ ਨਹੀਂ ਹੈ ਕਿ ਇੱਕਦਮ ਹੀ ਉਹਨਾਂ ਨੇ ਅਰਦਾਸ ਤਾਂ ਕਰ ਦਿੱਤੀ ਉਸ ਵੇਲੇ, ਪਰ ਬਾਅਦ 'ਚ ਸ਼ਾਇਦ। ਔਰ ਦੂਸਰਾ ਉਹਨਾਂ ਤੇ ਬਾਕੀ ਪੋਲੀਟੀਕਲ ਪ੍ਰੈਸ਼ਰ ਕਿਹੜੇ ਪਏ ਆ ਉਹ ਤਾਂ ਉਹੀ ਦੱਸ ਸਕਦੇ, ਸ਼ਾਇਦ ਉਹ ਵੀ ਨਾ ਦੱਸ ਸਕਣ।
ਦੂਸਰਾ ਹੈਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਹੈ, ਜਿਸ ਤਰ੍ਹਾਂ ਇਸ ਵਾਰੀ ਆਰਗੇਨਾਈਜੇਸ਼ਨ ਨੇ ਰਿਐਕਟ ਕੀਤਾ ਵਰਲਡ ਓਵਰ, ਇਹਨਾਂ ਦਾ ਜਿਹੜਾ ਰੋਲ ਹੈ ਫਿਊਚਰ 'ਚ ਵੀ, ਕਿਉਂਕਿ ਬਹੁਤ ਹੋਰ ਇਸ਼ੂਜ਼ ਹਾਲੇ ਹੈਗੀਆਂ ਸਿੱਖਾਂ ਦੀਆਂ, ਜੇ ਇਹ ਉਹਨੂੰ ਉਸ ਹਿਸਾਬ ਦੇ ਨਾਲ ਇਕੱਠੀ ਹੋ ਕੇ ਇਹਨਾਂ ਦੀ ਅਪਰੋਚ ਹੋਵੇ ਤਾਂ ਇਸ ਵਾਰੀ ਵੀ ਪ੍ਰੂਵ ਹੋ ਗਿਆ ਕਿ ਜਿਹੜੀ ਤੁਹਾਡੀ ਸੈਂਟਰਲਾਈਜ਼ ਅਪਰੋਚ ਹੈ ਉਹਦੇ ਨਾਲ ਕਾਫੀ ਹਲਚਲ ਹੁੰਦੀ ਆ, ਉਹਦੇ ਨਾਲ ਤੁਹਾਨੂੰ ਕਾਫੀ ਕੁਝ ਅਚੀਵ ਕਰ ਸਕਦੇ। ਠੀਕ ਹੈ ਜੀ, ਬ੍ਰਿਗੇਡੀਅਰ ਸਾਹਿਬ ਨਾਲ ਹੁੰਦੀ ਹੈ ਲੋਕਾਂ ਦੀ। ਤੁਸੀਂ ਲਾਈਨ ਤੇ ਇਸੇ ਤਰ੍ਹਾਂ ਬਣੇ ਰਹਿਣਾ ਜੀ, ਅਸੀਂ ਕੁਝ ਸੰਦੇਸ਼ ਲਵਾਂਗੇ ਤੇ ਉਸ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਥੋੜਾ ਜਿਹਾ ਸਰੋਤਿਆਂ ਤੇ ਦਰਸ਼ਕਾਂ ਦੀ ਫੀਡਬੈਕ ਵੀ ਲੈਣੀ ਚਾਹਾਂਗੇ ਤੇ ਇਹਨਾਂ ਸੰਦੇਸ਼ਾਂ ਤੋਂ ਬਾਅਦ